ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਪੰਜਾਬ ਦੀ ਸਿਆਸਤ, ਪੰਜਾਬ ਦੀ ਚਰਚਾ ਸਿਰਫ ਇਹੀ ਹੈ ਕਿ ਆਮ ਲੋਕ ਕੀ ਚਾਹੁੰਦੇ ਨੇ। ਹੁਣ ਤਾਂ ਬਜਟ ਵੀ ਆ ਗਿਆ। ਬਜਟ ਤੋਂ ਬਾਅਦ ਆਮ ਲੋਕਾਂ ਦੀ ਪ੍ਰਤੀਕਿਰਿਆ ਕੀ ਹੈ, ਕੀ ਸੋਚ ਬਣੀ, ਪੰਜਾਬ ਦੇ ਵਾਸਤੇ ਕੀ ਕੁਝ ਸਹੂਲਤਾਂ ਨੇ। ਦੇਖਿਆ ਜਾਵੇ ਤਾਂ ਕਿਹਾ ਜਾਂਦਾ ਕਿ ਕਿਸਾਨਾਂ ਵਾਸਤੇ ਜ਼ਿਆਦਾ ਸਹੂਲਤਾਂ ਨਹੀਂ, ਕਾਰਪੋਰੇਟ ਸੈਕਟਰ ਵਾਸਤੇ ਜ਼ਿਆਦਾ ਸਹੂਲਤਾਂ ਨੇ, ਜਿਹੜੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ। ਬਟ ਸਾਰੀ ਚੀਜ਼ ਦੀ ਜੋ ਤਹਿਕੀਕਾਤ ਹੈ ਉਹ ਇਸ ਨਿਚੋੜ ਤੇ ਪਹੁੰਚਦੀ ਹੈ ਕਿ ਜਦੋਂ ਤੱਕ ਐਗਰੀਕਲਚਰ ਸੈਕਟਰ ਮਜ਼ਬੂਤ ਨਹੀਂ ਹੋਏਗਾ, ਇੰਡਸਟਰੀ ਆਪਣੇ ਆਪ ਮਜ਼ਬੂਤ ਨਹੀਂ ਹੋ ਸਕਦੀ। ਤੇ ਨਾਲ ਹਿਡਨਬਰਗ ਦੀ ਜੋ ਰਿਪੋਰਟ ਆਈ ਹੈ ਔਰ ਉਸਨੇ ਵੀ ਇੰਡੀਅਨ ਇਕਨੋਮੀ ਦੇ ਉੱਤੇ ਖਾਸ ਅਸਰ ਪਾਇਆ ਹੈ। ਜਦੋਂ ਦਾ ਇਹ ਬਜਟ ਆਇਆ ਤਾਂ ਉਸ ਤੋਂ ਬਾਅਦ ਅਡਾਨੀ ਗਰੁੱਪ ਦੇ ਜਿਹੜੇ ਸ਼ੇਅਰਸ ਨੇ ਉਹਨਾਂ ਦੀ ਕੀਮਤ ਥੱਲੇ ਜਾ ਰਹੀ ਹੈ। LIC ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ ਕਿ ਉਹਨਾਂ ਦੀ ਇਨਵੈਸਟਮੈਂਟ ਲੱਗੀ ਹੋਈ ਹੈ। ਨਾਲ ਚਰਚਾ 'ਚ ਬਣਿਆ ਹੋਇਆ ਹੈ SBI, ਕਿਉਂਕਿ SBI ਦੀ ਵੀ ਇਨਵੈਸਟਮੈਂਟ ਲੱਗੀ ਹੋਈ ਹੈ, ਕਰਜ਼ੇ ਦਿੱਤੇ ਹੋਏ ਨੇ। ਸੋ ਇਹ तमाम ਗੱਲਾਂ ਨੇ। ਸੋ ਇੱਕ ਕਾਰਪੋਰੇਟ ਪੱਖੀ ਬਜਟ ਹੈ ਜਾਂ ਕਿਸਾਨਾਂ ਪੱਖੀ ਬਜਟ ਹੈ ਜਾਂ ਆਮ ਲੋਕਾਂ ਪੱਖੀ ਬਜਟ ਹੈ, ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਕਾਰਪੋਰੇਟ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਹਮੇਸ਼ਾ ਪਾਲਿਸੀ ਮੇਕਿੰਗ ਦੇ ਵਿੱਚ, ਹਮੇਸ਼ਾ ਉન્નਤੀ ਦੇ ਪੱਖ ਤੋਂ ਜੇ ਦੇਖਿਆ ਜਾਵੇ। ਇਸ ਦਾ ਕਾਰਨ ਕੀ ਹੈ? ਕਿਉਂਕਿ ਇੱਕ ਸੰਤੁਲਿਤ ਵਿਕਾਸ ਕਿਉਂ ਨਹੀਂ, ਇਨਕਲੂਸਿਵ ਇਕਨੋਮਿਕਸ ਕਿਉਂ ਨਹੀਂ, ਇਨਕਲੂਸਿਵ ਡਿਵੈਲਪਮੈਂਟ ਕਿਉਂ ਨਹੀਂ? ਜਦੋਂ ਕਾਰਪੋਰੇਟ ਸੈਕਟਰ ਨੂੰ ਅਸੀਂ ਇੰਨੇ ਕਰਜ਼ੇ ਮਾਫ ਕਰਦੇ ਹਾਂ ਤਾਂ ਫਿਰ ਐਗਰੀਕਲਚਰ ਸੈਕਟਰ ਨੂੰ ਕਿਉਂ ਨਹੀਂ ਕੀਤੇ ਜਾਂਦੇ? ਜਾਂ ਤਾਂ ਕਾਰਪੋਰੇਟ ਸੈਕਟਰ ਦੇ ਵੀ ਮਾਫ ਨਾ ਕਰੋ। ਫਿਰ ਹਿਡਨਬਰਗ ਨੇ ਇਹ ਵੀ ਰਿਪੋਰਟ ਦਿੱਤੀ ਹੈ ਕਿ ਜੇ ਰਿਚ ਪੀਪਲ ਨੂੰ ਜ਼ਿਆਦਾ ਟੈਕਸ ਲਗਾਇਆ ਜਾਵੇ ਭਾਰਤ ਦੇ ਅੰਦਰ ਤਾਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਨੇ ਭਾਰਤ ਦੇ ਲੋਕਾਂ ਦੀਆਂ। ਔਰ ਜਿੱਥੋਂ ਤੱਕ ਅਸੀਂ ਟੈਕਸ ਪੇਇੰਗ ਦੀ ਅਸੀਂ ਦੇਖਦੇ ਹਾਂ ਕਿ ਜੋ ਅਡਾਨੀ ਗਰੁੱਪ ਹੈ ਉਹ ਪਹਿਲੇ ਟੌਪ 3 'ਚ ਸੀਗਾ, ਫਿਰ ਟੌਪ 10 'ਚ ਰਹਿ ਗਿਆ, ਹੁਣ ਤੇ ਉਸ ਤੋਂ ਵੀ ਥੱਲੇ ਜਾ ਚੁੱਕਾ ਹੈ। ਪਰ ਜਦੋਂ ਅਸੀਂ ਇਨਕਮ ਟੈਕਸ ਦੇਣ ਦੀ ਸਾਰੀ ਪ੍ਰਤੀਕਿਰਿਆ ਦੇਖਦੇ ਹਾਂ ਤਾਂ ਅਡਾਨੀ ਗਰੁੱਪ ਪਹਿਲੇ ਟੌਪ 10 ਵਿੱਚ ਵੀ ਨਹੀਂ ਆਉਂਦਾ, ਉਸ ਤੋਂ ਵੀ ਬਾਅਦ ਆਉਂਦਾ। ਯਾਨੀ ਕਿ ਟੈਕਸ ਦੇਣ ਵਿੱਚ ਸਭ ਤੋਂ ਪਿੱਛੇ ਜਾਂ ਉਹਨਾਂ ਕਾਰਪੋਰੇਟਸ ਤੋਂ ਕਾਫੀ ਹੱਦ ਤੱਕ ਪਿੱਛੇ ਰਹਿੰਦਾ ਜੋ ਅੱਗੇ ਰਹਿੰਦੇ ਨੇ। ਜਿਵੇਂ ਟਾਟਾ ਗਰੁੱਪ ਅੱਗੇ ਰਹਿੰਦਾ ਹੈ ਔਰ ਉਸ ਤੋਂ ਬਾਅਦ LIC ਵੀ ਅੱਗੇ ਰਹਿੰਦਾ ਹੈ ਔਰ ਇਹ ਟੈਕਸ ਪੇ ਕਰਨ ਦੇ ਵਿੱਚ। ਸੋ ਇਹ ਸਾਰੀ ਵਖਰੇਵੇਂ ਜਿਹੜੇ ਦੇਖੇ ਜਾਂਦੇ ਨੇ ਆਮ ਲੋਕਾਂ ਵੱਲੋਂ ਤੇ ਐਕਸਪਰਟਸ ਵੱਲੋਂ, ਉਹਦੇ ਉੱਤੇ ਵੀ ਅਸੀਂ ਨਿਗਾਹ ਮਾਰਦੇ। ਕਿਉਂਕਿ ਜੋ ਕੁਝ ਵੀ ਅਸੀਂ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਦੇ ਹਾਂ ਉਹ ਆਮ ਲੋਕਾਂ ਦੀ ਤੇ ਐਕਸਪਰਟਸ ਦੀ ਪ੍ਰਤੀਕਿਰਿਆ ਹੁੰਦੀ ਹੈ, ਜਿਸ ਨੂੰ ਅਸੀਂ ਮਿਲਾ ਕੇ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਕਿ ਕਾਰਪੋਰੇਟ ਸੈਕਟਰ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਤੇ ਐਗਰੀਕਲਚਰ ਸੈਕਟਰ ਨੂੰ ਉਨੀ ਤਰਜੀਹ ਨਹੀਂ ਦਿੱਤੀ ਜਾਂਦੀ, ਆਮ ਲੋਕਾਂ ਨੂੰ ਉਨੀ ਤਰਜੀਹ ਨਹੀਂ ਦਿੱਤੀ ਜਾਂਦੀ। ਇਹ ਐਕਸਪਰਟਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਕਿਉਂਕਿ ਇਹ ਐਕਸਪਰਟਸ ਦੇ ਐਨਾਲਿਸਿਸ ਨੇ ਜੋ ਅਸੀਂ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਦੇ ਹਾਂ। ਸੋ ਇਸ ਸਾਰੀ ਲਾਈਟ ਦੇ ਅੰਦਰ ਪੰਜਾਬ ਪੋਲਿਟਿਕਸ ਕਿੱਥੇ ਖੜਾ ਹੈ ਉਹਦੇ ਬਾਰੇ ਗੱਲਬਾਤ ਕਰਨ ਵਾਸਤੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸਾਡੇ ਨਾਲ ਪਵਨਦੀਪ ਸ਼ਰਮਾ, ਪੋਲੀਟੀਕਲ ਐਨਾਲਿਸਟ। ਪਵਨ ਜੀ, ਵੈਲਕਮ ਟੂ ਪੰਜਾਬ ਚਰਚਾ। ਧੰਨਵਾਦ ਸੰਜੀਵ ਜੀ। ਔਰ ਪੰਜਾਬ ਚਰਚਾ ਪ੍ਰੋਗਰਾਮ ਦੇਖ ਰਹੇ ਨੈਸ਼ਨਲ ਇੰਟਰਨੈਸ਼ਨਲ ਵਿਊਜ਼ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਇਸ ਵਕਤ ਪਵਨ ਜੀ ਬਜਟ ਨੂੰ ਲੈ ਕੇ ਹੀ ਹਰ ਪੁਆਇੰਟ ਆਫ ਵਿਊ ਦੇਖਿਆ ਜਾਂਦਾ ਹੈ, ਕਿਉਂਕਿ ਬਜਟ ਦੇ ਐਂਗਲ ਤੋਂ ਹੀ ਸਭ ਕੁਝ ਦੇਖਿਆ ਜਾਂਦਾ ਹੈ। ਤੇ ਨਾਲ ਹਿਡਨਬਰਗ ਦੀ ਜਿਹੜੀ ਰਿਪੋਰਟ ਜੋ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ, ਜਿਸ ਨੇ ਅਡਾਨੀ ਗਰੁੱਪ ਦੇ ਬਾਰੇ ਕਾਫੀ ਖੁਲਾਸਾ ਕੀਤਾ ਹੈ ਔਰ ਕਿਹਾ ਜਾਂਦਾ ਹੈ ਕਿ ਇੰਡੀਅਨ ਇਕਨੋਮੀ ਦੇ ਉੱਤੇ ਉਹਦਾ ਅਸਰ ਪੈ ਰਿਹਾ। ਮੈਂ ਚਾਹਾਂਗਾ ਪਹਿਲਾਂ ਇਹਦੇ ਉੱਤੇ ਪ੍ਰਤੀਕਿਰਿਆ ਦੇ ਦਿਓ ਤਾਂ ਕਿ ਇਸੇ ਲਾਈਟ ਦੇ ਅੰਦਰ ਅਸੀਂ ਪੰਜਾਬ ਪੋਲਿਟਿਕਸ ਨੂੰ ਡਿਸਕਸ ਕਰੀਏ। ਦੇਖੋ ਸੰਜੀਵ ਜੀ, ਜੋ ਇੰਪੋਰਟੈਂਟ ਕਰੰਟ ਸਿਨੈਰੀਓ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ, ਜਿੱਥੇ ਹਿਡਨਬਰਗ ਰਿਪੋਰਟ ਦੀ ਗੱਲ ਹੋਈ, ਅਡਾਨੀ ਗਰੁੱਪਸ ਦੀ ਗੱਲ ਹੋਈ, ਜਿਹੜੇ ਮਲਟੀ ਬਿਲੀਅਨਰ ਲੋਕ ਹੈਗੇ ਆ, ਜਿਹੜੇ ਵੱਡੇ ਕੈਪੀਟਲ ਮੂਵਮੈਂਟਸ ਦੇ ਵਿੱਚ ਜਿਹੜੇ ਇਨਵੋਲਵ ਲੋਕ ਹੈਗੇ ਆ, ਉਹਨਾਂ ਦੇ ਪਿਛਲੇ ਸਮੇਂ ਦੇ ਵਿੱਚ ਸਪੈਸ਼ਲੀ ਅਡਾਨੀ ਗਰੁੱਪ ਦੀ ਜਿਹੜੀ ਵੱਡੀ ਗਿਰਾਵਟ, ਚਾਹੇ ਸ਼ੇਅਰ ਮਾਰਕੀਟ ਦੇ ਥਰੂ ਹੋਵੇ, ਚਾਹੇ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਡੇਟਾ ਫੌਜ ਕੀਤਾ, ਕੁਝ ਫਰਜ਼ੀ ਚੀਜ਼ਾਂ ਉਹਦੇ ਵਿੱਚ ਸ਼ਾਮਲ ਕਰਾ ਕੇ ਆਪਣੇ ਪ੍ਰਾਈਸਿਸ ਨੂੰ ਹਾਈ ਰੇਂਜਸ ਤੇ ਲੈ ਗਏ। ਤੇ ਫਿਰ ਜਦੋਂ ਉਹਨਾਂ ਦਾ ਇਹ ਪੋਲ ਖੁੱਲੀ, ਪਬਲਿਕ ਦੇ ਵਿੱਚ ਇਹ ਗੱਲ ਆਈ, ਮੀਡੀਆ ਦੇ ਵਿੱਚ ਗੱਲ ਆਈ, ਸਾਰੇ ਦੇਸ਼ ਦੇ ਔਰ ਇੰਟਰਨੈਸ਼ਨਲ ਲੋਕਾਂ ਨੇ ਇਹ ਗੱਲ ਨੂੰ ਸੋਚਿਆ ਔਰ ਸਮਝਿਆ ਤੇ ਵੱਡੀ ਉਹਨਾਂ ਦੇ ਇਕਨੋਮੀ ਦੇ ਵਿੱਚ, ਉਹਨਾਂ ਦੇ ਆਪਣੇ ਕੈਪੀਟਲ ਦੇ ਵਿੱਚ, ਉਹਨਾਂ ਦੀ ਮਾਇਆ ਦੇ ਵਿੱਚ ਵੱਡੀ ਗਿਰਾਵਟ ਜਿਹੜੀ ਸਾਨੂੰ ਦੇਖਣ ਨੂੰ ਮਿਲੀ। ਦੇਖੋ, ਇਹ ਸਮੇਂ-ਸਮੇਂ ਸਿਰ ਇੱਕ ਬਿਜ਼ਨਸ ਜਿਹੜਾ ਹੁੰਦਾ, ਬਿਜ਼ਨਸ ਦਾ ਹੁੰਦਾ ਹੈ, ਉਹਦੇ ਵਿੱਚ ਗਰੋਥ ਔਰ ਡੈਪਥ ਔਰ ਕਿਤੇ ਵੀ ਗਿਰਾਵਟ ਜਿਹੜੀ ਹੈ, ਇਹ ਸਮੇਂ ਸਿਰ ਇੱਕ ਨਿਯਮ ਹੈਗਾ। ਕਦੀ ਉਤਾਰ ਚੜਾਅ ਜਿਹੜੇ ਇਸ ਚੀਜ਼ ਦੇ ਉੱਤੇ ਬਣੇ ਹੀ ਹੁੰਦੇ ਆ। ਪਰ ਜਦੋਂ ਸਾਡੀਆਂ ਸਰਕਾਰਾਂ, ਰਾਜਨੀਤਿਕ ਸਰਕਾਰਾਂ ਜਿਹੜੀਆਂ ਉਹ ਕੈਪੀਟਲਿਜ਼ਮ ਨੂੰ ਜ਼ਿਆਦਾ ਸਪੋਰਟ ਕਰਦੀਆਂ, ਜਿਸ ਤਰ੍ਹਾਂ ਤੁਸੀਂ ਐਗਰੀਕਲਚਰ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਉਨੀ ਸਪੋਰਟ ਨਹੀਂ ਹੈਗੀ, ਗਰੀਬ ਆਵਾਮ ਨੂੰ ਉਨੀ ਸਪੋਰਟ ਨਹੀਂ ਹੈਗੀ, ਮਿਹਨਤਕਸ਼ ਲੋਕਾਂ ਨੂੰ ਉਨੀ ਸਪੋਰਟ ਨਹੀਂ ਹੈਗੀ, ਸਕਿੱਲ ਆਰਟੀਜ਼ਨਸ ਨੂੰ ਉਨੀ ਸਪੋਰਟ ਨਹੀਂ ਹੈਗੀ, ਜਿਹੜੇ ਹੱਥੀਂ ਕੰਮ ਕਰਨ ਵਾਲੇ ਕਾਮੇ ਆ, ਕਿਸਾਨ ਆ, ਉਹਨਾਂ ਨੂੰ ਉਨੀ ਸਪੋਰਟ ਨਹੀਂ ਹੈਗੀ। ਉਹਨਾਂ ਦੇ ਮਾਮਲਿਆਂ ਦੇ ਵਿੱਚ ਉਹਨਾਂ ਦੀ ਖਾਦ ਮਹਿੰਗੀ, ਉਹਨਾਂ ਦੀ ਫਸਲ ਦੇ ਵਿੱਚ ਸਾਰੇ ਕੰਮਕਾਜ ਕਰਨੇ ਮਹਿੰਗੇ, ਪਾਣੀ ਘਟਦਾ ਗਿਆ, ਫਸਲਾਂ ਦੇ ਵਿੱਚ ਗਿਰਾਵਟ। ਔਰ ਪੰਜਾਬ ਇੱਕ ਸਮੇਂ ਦੇ ਵਿੱਚ ਲਗਭਗ 50% ਤੋਂ
ਜੀ ਜੀ। ਇੰਡੀਆ ਦਾ ਮੰਨਿਆ ਜਾਂਦਾ ਸੀ ਗ੍ਰੇਨ ਜਿਹੜਾ ਪੂਰੇ ਦੇਸ਼ ਦੇ ਵਿੱਚ ਕਰਦਾ ਸੀ ਸਪਲਾਈ। ਪਰ ਅੱਜ ਦੇ ਸਮੇਂ ਦੇ ਵਿੱਚ ਵੀ 30% ਅਬਾਵ ਇਹ ਹੈਗਾ। ਪਰ ਪੰਜਾਬ ਦੇ ਵਿੱਚ ਤੇ ਫਿਰ ਓਵਰਆਲ ਅਸੀਂ ਦੇਖੀਏ ਕਿ ਸਤਹੀ ਪਾਣੀ, ਜ਼ਮੀਨੀ ਪਾਣੀ ਦਾ ਲੈਵਲ ਬਹੁਤ ਥੱਲੇ ਹੁੰਦਾ ਜਾ ਰਿਹਾ। ਔਰ ਪੰਜਾਬ ਦੇ ਵਿੱਚ ਜਿੱਥੇ ਐਗਰੀਕਲਚਰ ਦੀ ਗੱਲ ਹੈ, ਉੱਥੇ ਵੇਰੀਏਸ਼ਨ ਦੀ ਲੋੜ ਵੀ ਬੜੀ ਵੱਡੀ ਹੈਗੀ ਹੈ। ਸਿਰਫ ਇੱਕ ਹੀ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਉਹਨਾਂ ਦੀ ਬਿਜਾਈ ਕਰਨੀ ਹੀ ਉਨੀ ਲਾਹੇਵੰਦ ਹੋਣ ਦੇ ਸਮੇਂ ਦੇ ਵਿੱਚ ਨਹੀਂ ਹੈਗੀ। ਸਾਨੂੰ ਵੇਰੀਏਸ਼ਨ ਲਿਆਉਣਾ ਚਾਹੀਦਾ। ਸੋ ਆਲ ਇਨ ਆਲ ਇਹ ਗੱਲ ਜਿੱਥੋਂ ਤੱਕ ਕਹੀ ਜਾਂਦੀ ਆ ਕਿ ਵੱਡੇ ਸਰਮਾਏਦਾਰਾਂ ਦੇ ਕਰਜ਼ੇ ਮੁਆਫ਼ੀ ਕੀਤੀ ਜਾਂਦੀ ਆ, ਪਰ ਉੱਥੇ ਹੀ ਜਿਹੜਾ ਸਾਡਾ ਕਿਸਾਨੀ ਬੇਸਡ ਇਕੋਨਮੀ, ਜਿਹੜਾ ਐਗਰੀਕਲਚਰ ਬੇਸਡ ਇਕੋਨਮੀ ਦੇਸ਼ ਹੈਗੀ ਆ ਇੰਡੀਆ, ਉਹ ਜਿਹੜੇ ਲੋਅਰ ਲੈਵਲ ਦਾ ਤਬਕਾ ਹੈਗਾ, ਕਿਸਾਨ ਤੋਂ ਲੈ ਕੇ ਕੋਈ ਵੀ ਮਿਡਲ ਕਲਾਸ, ਜੇ ਅਸੀਂ ਗੱਲ ਕਰੀਏ ਕੰਮ ਕਰਦੇ ਜਿਹੜੇ ਹੱਥੀ, ਉਹਨਾਂ ਨੂੰ ਓਨੀ ਵੱਡੀ ਸਪੋਰਟ ਦੇਸ਼ ਦੀਆਂ ਸਰਕਾਰਾਂ ਵੱਲੋਂ ਨਹੀਂ ਦਿੱਤੀ ਜਾਂਦੀ। ਔਰ ਜਿਹੜੇ ਫਰਜ਼ੀ ਆંકੜੇ ਪੇਸ਼ ਕਰਦੇ ਆ, ਵੱਡੇ-ਵੱਡੇ ਇਕੋਨੋਮਿਸਟ ਵੀ ਫਰਜ਼ੀ ਆંકੜੇ ਬਣਾ ਲੈਂਦੇ ਆ। ਵੱਡੇ-ਵੱਡੇ ਕੈਪੀਟਲਿਜ਼ਮ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕ, ਵੱਡੇ ਧਨਾੜ ਲੋਕ ਏਦਾਂ ਦੇ ਫਿਰ ਕੰਮ ਕਰਦੇ ਆ ਤੇ ਫੋਰਜਰੀ ਦੇ ਜ਼ੁਮਰੇ ਦੇ ਵਿੱਚ ਆ ਕੇ ਫਿਰ ਜਦ ਧੜਮ ਕਰਕੇ ਡਿੱਗਦੇ ਆ ਤੇ ਜਿੱਥੇ ਉਹ ਆਪਣਾ ਨੁਕਸਾਨ ਕਰਦੇ ਆ, ਉੱਥੇ ਦੇਸ਼ ਦੇ ਬਹੁਤ ਸਾਰੇ ਇਦਾਰਿਆਂ ਦਾ ਨੁਕਸਾਨ ਵੀ ਕਰ ਦਿੰਦੇ ਆ, ਲੋਕਾਂ ਦਾ ਨੁਕਸਾਨ ਵੀ ਕਰ ਦਿੰਦੇ ਆ। ਕਿਤੇ ਬਹੁਤ ਸਾਰੇ ਸਰਕਾਰੀ ਇਦਾਰੇ ਜਿਵੇਂ LIC ਦੀ ਵੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਗੱਲ ਕੀਤੀ ਜਾ ਰਹੀ ਹੈ। ਆਮ ਅਵਾਮ, ਜਿਹੜੇ ਆਮ ਲੋਕ ਜਿਹੜੇ ਉਹਨਾਂ ਦੇ ਨਾਲ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਹਿੱਸਾ ਰੱਖਦੇ ਹੁੰਦੇ ਆ, ਉਹਨਾਂ ਨੂੰ ਵੀ ਵੱਡਾ ਲਾਸ ਇਸ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਪਰ ਆਲ ਇਨ ਆਲ ਜਿਹੜੀ ਬਜਟ ਦੀ ਗੱਲ ਹੁੰਦੀ ਹੈ, ਇਹ ਗੱਲ ਠੀਕ ਹੈਗੀ ਹੈ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਲੈਵਲ ਦੇ ਉੱਤੇ ਉਸ ਲੈਵਲ ਦਾ ਬਜਟ ਜਿਹੜਾ ਐਕਸਪੈਕਟਡ ਸੀਗਾ ਉਹ ਨਹੀਂ ਰੱਖਿਆ ਗਿਆ। ਔਰ ਇਹਨਾਂ ਦੀ ਜਿਹੜੀ ਸ਼ਰ੍ਹਾ ਹੈਗੀ ਆ ਸਾਰੇ ਸਿਸਟਮ ਦੀ, ਉਹ ਘਟਾਈ ਗਈ ਹੈ। ਔਰ ਪਿਛਲੇ ਸਮੇਂ 'ਚ ਵੀ ਇਹ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਕਿਸਾਨੀ ਅੰਦੋਲਨ ਵੀ ਚੱਲਿਆ। ਬਹੁਤ ਸਾਰੇ ਵਿਰੋਧ ਪੰਜਾਬ ਵੱਲੋਂ ਕੇਂਦਰ ਦੀ ਸਰਕਾਰਾਂ ਨੂੰ ਝੱਲਣੇ ਪਏ। ਔਰ ਜਿੱਥੇ ਫਿਰ ਲੋਕ ਫਿਰ ਏਦਾਂ ਦੀ ਮਨਸ਼ਾ ਜਦੋਂ ਉਹਨਾਂ ਦੇ ਸਾਹਮਣੇ ਸਰਕਾਰਾਂ ਦੀ ਆਉਂਦੀ ਆ ਕਿ ਜਿਹੜਾ ਗਰੀਬ ਤਬਕਾ ਉਹਨੂੰ ਉਨੀ ਸਹੂਲੀਅਤ ਨਹੀਂ ਕਰਨੀ, ਬੈਕ ਨਹੀਂ ਕਰਨੀ, ਸਪੋਰਟ ਨਹੀਂ ਕਰਨਾ। ਪਰ ਜਿਹੜੇ ਲੋਕ ਦੇਸ਼ ਦੇ ਨਾਲ ਧੋਖਾ ਕਰ ਜਾਂਦੇ ਆ, ਲੋਕਾਂ ਦਾ ਪੈਸਾ ਇਕੱਠਾ ਕਰਕੇ ਵਿਦੇਸ਼ਾਂ 'ਚ ਭੱਜ ਜਾਂਦੇ ਆ ਤੇ ਉਹਨਾਂ ਲੋਕਾਂ ਦੀ ਟੈਕਸ ਮਾਫ਼ੀ ਵੀ ਹੋ ਜਾਂਦੀ ਆ, ਕਰਜ਼ਾ ਮਾਫ਼ੀ ਵੀ ਹੋ ਜਾਂਦੀ ਹੈ। ਸੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਹੈਗੇ ਆ ਕਿ ਹਾਂ, ਦੇਸ਼ ਨੂੰ ਸਨਅਤਾਂ ਦੀ ਵੀ ਜ਼ਰੂਰਤ ਹੁੰਦੀ ਹੈ, ਇੰਡਸਟਰੀ ਦੀ ਵੀ ਜ਼ਰੂਰਤ ਹੁੰਦੀ ਹੈ, ਸਰਮਾਏਦਾਰ ਲੋਕਾਂ ਦੀ ਵੀ ਜ਼ਰੂਰਤ ਹੁੰਦੀ ਹੈ। ਜਿੱਥੋਂ ਤੱਕ ਟੈਕਸ ਸਲੈਬ ਦੀ ਗੱਲ ਹੈਗੀ ਆ ਕਿ ਅਮੀਰ ਲੋਕਾਂ ਨੂੰ ਵੱਧ ਟੈਕਸ ਲੱਗਣਾ ਚਾਹੀਦਾ, ਇਹ ਗੱਲ ਠੀਕ ਹੈਗੀ ਆ। ਪਰ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਪ੍ਰਚਲਨ ਤਾਂ ਹੈ ਹੀ ਹੈ ਕਿ ਜਿਵੇਂ ਹੁਣ ਇਸ ਵਾਰ ਟੈਕਸ ਸਲੈਬ 7 ਲੱਖ ਦੇ ਕਰੀਬ ਜਿਹੜਾ ਕਿਹਾ ਗਿਆ ਕਿ ਇਹਦੇ ਵਿੱਚ ਟੈਕਸ ਨਹੀਂ ਪੇ ਕਰਨਾ ਪਊਗਾ। ਔਰ ਜਿੰਨੀ ਸਲੈਬਸ ਵਧਦੀਆਂ ਜਾਣਗੀਆਂ, ਉਨੇ % ਆਫ ਟੈਕਸ ਜਿਹੜਾ ਉਹਦਾ ਵੱਧਦਾ ਹੀ ਜਾਊਗਾ। ਸੋ ਇਸ ਕਰਕੇ ਦੇਸ਼ ਦੇ ਵਿੱਚ ਆਲਰੇਡੀ ਇਹ ਸਿਸਟਮ ਹੈਗਾ। ਪਰ ਗੱਲ ਇਹ ਆ ਕਿ ਪਾਰਦਰਸ਼ਤਾ, ਇਮਾਨਦਾਰੀ ਔਰ ਅੱਛੀ ਨੀਅਤ ਨਾਲ ਕੰਮ ਕਰਨ ਵਾਲੇ ਜਿਹੜੇ ਵੱਡੇ ਧਨਾੜ ਲੋਕ ਹੈਗੇ ਆ, ਇੰਡਸਟਰੀਅਲਿਸਟ ਹੈਗੇ ਆ, ਬਿਜ਼ਨਸਮੈਨ ਹੈਗੇ ਆ, ਕੈਪੀਟਲਿਜ਼ਮ ਨੂੰ ਸਮਝਣ ਵਾਲੇ ਲੋਕ ਹੈਗੇ ਆ, ਉਹਨਾਂ ਦੇ ਨਾਲ ਹੀ ਸਰਕਾਰ ਨੂੰ ਸਰੋਕਾਰੀ ਰੱਖਣੀ ਚਾਹੀਦੀ ਆ। ਜਿਹੜੇ ਵੀ ਏਦਾਂ ਦੇ ਲੋਕ ਫਰਾਡ ਦੇ ਵਿੱਚ ਸ਼ਮੂਲੀਅਤ ਰੱਖਦੇ ਆ, ਜਿਹੜੇ ਲੋਕ ਫੋਰਜਰੀ ਕਰਦੇ ਆ, ਝੂਠੇ ਅੰਕੜੇ ਪੇਸ਼ ਕਰਦੇ ਆ, ਉਹਨਾਂ ਦਾ ਪਰਦਾਫਾਸ਼ ਜਿਹੜਾ ਉਸ ਸਮੇਂ ਦੀਆਂ ਦੇਸ਼ ਦੀਆਂ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ। ਜ਼ਰੂਰੀ ਨਹੀਂ ਕਿ ਫੋਰਨ ਕੰਟਰੀਜ਼ ਦੇ ਕੋਈ ਰਿਸਰਚ ਕੰਪਨੀਜ਼ ਹੁੰਦੀਆਂ, ਛੋਟੀਆਂ ਹੋਣ, ਵੱਡੀਆਂ ਹੋਣ, ਉਹ ਕੋਈ ਗੱਲ ਕਰਨਗੀਆਂ ਤੇ ਫਿਰ ਸਾਡੇ ਦੇਸ਼ 'ਚ ਲੋਕਾਂ ਨੂੰ ਸਮਝ ਆਏਗੀ। ਸਾਡੇ ਦੇਸ਼ ਦੇ ਇਦਾਰਿਆਂ ਦੀ, ਸਾਡੀਆਂ ਸਰਕਾਰਾਂ ਦੀ ਵੀ ਇਹ ਲਾਜ਼ਮ ਤੇ ਪੂਰਾ ਚੈੱਕ ਐਂਡ ਬੈਲੈਂਸ ਰੱਖਣ, ਉਹ ਦੇਖਣ, ਉਹਨੂੰ ਪੂਰਾ ਨਿਗਰਾਨ ਕੀਤਾ ਜਾਵੇ ਹਰ ਸਿਸਟਮ ਨੂੰ, ਤਾਂ ਕਿ ਦੇਸ਼ ਦੇ ਆਵਾਮ ਦਾ ਪੈਸਾ ਖਰਾਬ ਨਾ ਹੋਵੇ। ਲੋਕਾਂ ਦਾ ਜਿਹੜਾ ਸਟੇਟ ਐਕਸਚੇਕਰ ਹੈਗਾ, ਕੀਮਤੀ ਮਿਹਨਤ, ਖੂਨ ਪਸੀਨੇ ਦੀ ਕਮਾਈ ਦਾ ਜਿਹੜਾ ਉਹ ਟੈਕਸ ਪੇ ਕਰਦੇ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਘਾਟਾ ਲੋਕਾਂ ਨੂੰ ਨਾ ਆਵੇ। ਲੋਕਾਂ ਦੇ ਵਿੱਤੀ ਹਾਲਾਤ ਨਾ ਕਿਸੇ ਠੱਗ, ਚੋਰ ਜਾਂ ਕਿਸੇ ਏਦਾਂ ਦੇ ਫਰਾਡ ਵਿਅਕਤੀ ਦੇ ਨਾਲ ਵਿਗੜ ਜਾਣ। ਸੋ ਇਹਨਾਂ ਗੱਲਾਂ ਦਾ ਧਿਆਨ ਵੀ ਸਰਕਾਰਾਂ ਨੂੰ ਰੱਖਣਾ ਚਾਹੀਦਾ। ਬਿਲਕੁਲ ਠੀਕ ਗੱਲ ਹੈ, ਕਿਉਂਕਿ ਜਿਨ੍ਹਾਂ ਨੂੰ ਆਪਾਂ ਕੈਪੀਟਲਿਜ਼ਮ ਦਾ ਜਨਮਦਾਤਾ ਕਹਿੰਦੇ ਆ, ਐਡਮ ਸਮਿਥ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੈਪੀਟਲਿਜ਼ਮ ਦਾ ਆਧਾਰ ਹੈ ਨੈਤਿਕਤਾ, ਆਦਰਸ਼ਵਾਦ, ਡਿਸਿਪਲਨ, ਅਨੁਸ਼ਾਸਨ, ਕਿ ਇੱਕ ਵਧੀਆ ਇਨਸਾਨ ਜਿਹੜਾ ਸਮਾਜ ਦੇ ਪ੍ਰਤੀ, ਦੇਸ਼ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਵਾਲਾ ਇਨਸਾਨ, ਉਹੀ ਕੈਪੀਟਲਿਸਟ ਹੋ ਸਕਦਾ ਹੈ। ਇੱਕ ਸੱਚਾ ਸੁੱਚਾ ਇਨਸਾਨ ਹੀ ਕੈਪੀਟਲਿਸਟ ਹੋ ਸਕਦਾ ਹੈ, ਜਿਸ ਦਾ ਸਾਰਾ ਦਾ ਸਾਰਾ ਮੰਤਵ ਪ੍ਰੋਫਿਟ ਅਰਨਿੰਗ ਹੋਵੇ, ਲਾਭ ਕਮਾਉਣਾ ਹੋਵੇ, ਉਹ ਕੈਪੀਟਲਿਸਟ ਨਹੀਂ ਹੋ ਸਕਦਾ। ਉਹ ਸਮਾਜ ਦਾ ਚੋਰ ਹੈ, ਉਹ ਸਮਾਜ ਦਾ ਠੱਗ ਹੈ। ਇਹ ਐਡਮ ਸਮਿਥ ਨੇ ਕਿਹਾ ਕਿ ਇੱਕ ਨੇਕ ਇਨਸਾਨ ਹੀ ਕੈਪੀਟਲਿਸਟ ਹੋ ਸਕਦਾ ਹੈ, ਜੋ ਸਭ ਦੇ ਬਾਰੇ ਸੋਚਦਾ ਹੈ ਤੇ ਸਮਾਜ ਦੇ ਵਿੱਚ ਨੌਕਰੀ ਕ੍ਰੀਏਟ ਕਰਦਾ, ਰੋਜ਼ਗਾਰ ਕ੍ਰੀਏਟ ਕਰਦਾ। ਸੋ ਐਡਮ ਸਮਿਥ ਦੀਆਂ ਸਿੱਖਿਆਵਾਂ ਤੋਂ ਤਾਂ ਬਹੁਤ ਦੂਰ ਜਾ ਚੁੱਕਾ ਹੈ ਅੱਜ ਦਾ ਕੈਪੀਟਲਿਸਟ, ਕਿਉਂਕਿ ਅੱਜ ਦੇ ਕੈਪੀਟਲਿਸਟ ਦਾ ਸਿਰਫ ਇੱਕੋ ਹੀ ਮੰਤਵ ਹੈ, ਪ੍ਰੋਫਿਟ ਕਮਾਉਣਾ, ਬਸ, ਸਕਸੈਸ ਐਟ ਐਨੀ ਕਾਸਟ। ਖੈਰ, ਆਪਾਂ ਅੱਗੇ ਵਧਦੇ ਹਾਂ। ਆਪਾਂ ਪੰਜਾਬ ਦੇ ਪੋਲਿਟਿਕਸ ਬਾਰੇ ਹੁਣ ਗੱਲਬਾਤ ਕਰਾਂਗੇ ਇਸੇ ਨਜ਼ਰੀਏ ਦੇ ਵਿੱਚ
ਕੀ ਲੱਗਦਾ ਹੈ ਇਸ ਵਕਤ ਕੀ ਸਾਰਾ ਮਾਹੌਲ ਬਣਦਾ ਪਿਆ? ਆਮ ਆਦਮੀ ਪਾਰਟੀ ਜੋ ਕਾਰਗੁਜ਼ਾਰੀ ਦਿੰਦੀ ਪਈ ਹੈ, ਕਿਉਂਕਿ 9-10 ਮਹੀਨੇ ਹੋ ਚੁੱਕੇ ਨੇ ਇਹਨਾਂ ਨੂੰ ਵਜ਼ਾਰਤ ਸੰਭਾਲੇ ਹੋਏ, ਕੀ ਲੱਗਦਾ ਆਮ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਉਤਰਦੀ ਦਿਖਾਈ ਦੇ ਰਹੀ ਹੈ ਕਿ ਇਹ ਵੀ ਉਹੀ ਰਿਵਾਇਤੀ ਪੋਲਿਟਿਕਸ ਸ਼ੁਰੂ ਹੋ ਗਿਆ? ਪਵਨ ਜੀ, ਦੇਖੋ, ਪਿਛਲੇ ਕੁਝ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ 500 ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕੀਤੀ, ਜਿਹਦੇ ਵਿੱਚ ਵੱਖ-ਵੱਖ ਪੜਾਵਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਕਲੀਨਿਕਸ ਏਦਾਂ ਦੇ ਖੋਲ੍ਹਣ ਦੀ ਗੱਲ ਕੀਤੀ। ਉਹਦੇ ਵਿੱਚ ਉਹਨਾਂ ਉੱਤੇ ਕਿੰਨੇ ਵੱਡੇ ਲੋਕਾਂ ਨੂੰ ਉਹਨਾਂ ਨੂੰ ਕਟਾਕਸ਼ ਕੀਤਾ, ਕਿੰਨਾ ਕ੍ਰਿਟਿਸਿਜ਼ਮ ਸਹਿਣਾ ਪਿਆ, ਜੋ ਕਿ ਵਾਕਈ ਸ਼ਰਮਿੰਦਗੀ ਦਾ ਬਾਇਸ ਵੀ ਆ ਕਿ ਜਿੱਥੇ 5 ਪਿਆਰਿਆਂ ਦੇ ਨਾਮ ਦੇ ਉੱਤੇ ਕਲੀਨਿਕਸ ਜਿਹੜੇ ਅੰਮ੍ਰਿਤਸਰ ਦੇ ਵਿੱਚ ਬਣੇ ਆ, ਉਹਨਾਂ ਦੇ ਨਾਮ ਚੁੱਕ ਕਰਕੇ ਤੇ ਆਪਣੀਆਂ ਵੱਡੀਆਂ ਫੋਟੋਆਂ ਲਗਾ ਕੇ ਤੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰ ਦਿੱਤਾ ਗਿਆ। ਦੂਸਰੀ ਗੱਲ ਕਿ ਕੋਈ ਵੀ ਏਦਾਂ ਦਾ ਆਪਣਾ ਇਨਫਰਾਸਟ੍ਰਕਚਰ ਖੜਾ ਨਹੀਂ ਕੀਤਾ। ਜਿਹੜੀਆਂ ਆਲਰੇਡੀ ਡਿਸਪੈਂਸਰੀਜ਼ ਬਣੀਆਂ ਸੀ, ਸੈਟੇਲਾਈਟ ਹਸਪੀਟਲ ਬਣੇ ਸੀ, ਰੂਰਲ ਡਿਸਪੈਂਸਰੀ ਸੀਗੀਆਂ, ਉਹਨਾਂ ਦੇ ਉੱਤੇ ਹੀ ਪੇਂਟ ਕਰਕੇ ਦੁਬਾਰਾ ਜਿਹੜਾ ਆਮ ਆਦਮੀ ਕਲੀਨਿਕ ਦਰਸਾ ਦਿੱਤਾ ਗਿਆ। ਪਰ ਅੱਜ ਜਿਹੜੇ ਕਿ ਦੇਖੋ ਪੰਜਾਬ ਦੇ ਵਿੱਚ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈਗਾ ਆਲਰੇਡੀ ਮਜ਼ਬੂਤ ਹੈਗਾ। ਵੱਡੇ ਹਸਪੀਟਲਸ ਪੰਜਾਬ ਦੇ ਵਿੱਚ ਸਰਕਾਰੀ ਹੈਗੇ ਆ, ਡਿਸਪੈਂਸਰੀਜ਼ ਹੈਗੀਆਂ, ਪੇਂਡੂ ਖੇਤਰ ਦੇ ਵਿੱਚ ਬਹੁਤ ਸਾਰੇ ਸੈਟੇਲਾਈਟ ਹਸਪੀਟਲਸ ਹੈਗੇ ਆ, ਡਿਸਪੈਂਸਰੀਜ਼ ਹੈਗੀਆਂ, ਵਾਰਡਸ ਹੈਗੀਆਂ, ਜਿੱਥੋਂ ਲੋਕਾਂ ਨੂੰ ਦਵਾਈ ਦਾਰੂ ਮਿਲਦਾ ਸੀ। ਪਰ ਇਸ ਵੇਲੇ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ, ਉਹਨਾਂ ਨੇ ਆਮ ਆਦਮੀ ਕਲੀਨਿਕ ਦੀ ਜਿਹੜੀ ਖੋਜ ਕਹਿ ਸਕਦੇ ਹਾਂ ਕੀਤੀ ਸੀ, ਤੇ ਉਹ ਪੰਜਾਬ ਦੇ ਵਿੱਚ ਉਹਨੂੰ ਲਾਗੂ ਕਰ ਦਿੱਤਾ ਗਿਆ। ਤੇ ਪੰਜਾਬ ਸਰਕਾਰ ਦਾ ਇਸ ਵੇਲੇ ਸਿਰਫ ਤੇ ਸਿਰਫ ਦਿੱਲੀ ਦੇ ਉਸ ਮੁਹੱਲਾ ਕਲੀਨਿਕ ਨੂੰ ਪੰਜਾਬ ਦੇ ਵਿੱਚ ਲਾ ਕੇ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਜਸਟੀਫਾਈ ਕਰਨ ਦੀ ਗੱਲ ਕਰ ਰਹੇ ਆ ਕਿ ਜੋ ਨੀਤੀਆਂ ਉਹ ਦੱਸ ਰਹੇ ਨੇ ਉਹ ਹੀ ਸਹੀ ਨੇ, ਪੰਜਾਬ ਦੇ ਵਿੱਚ ਵੀ ਉਹੀ ਲਾਗੂ ਹੁੰਦੀਆਂ, ਜਦ ਕਿ ਇਹ ਸਰਾਸਰ ਗਲਤ ਹੈਗਾ। ਫੁੱਲੀ ਆਪਰੇਸ਼ਨਲ ਨਹੀਂ ਹੈਗੇ ਆਮ ਆਦਮੀ ਪਾਰਟੀ ਸਾਰੇ ਕਲੀਨਿਕ ਜਿਨ੍ਹਾਂ ਦਾ ਕੰਮ ਹੀ ਅਧੂਰਾ ਚੱਲ ਰਿਹਾ। ਬਹੁਤ ਸਾਰੇ ਕਲੀਨਿਕਸ ਜਿੱਥੇ ਕੋਈ ਦਵਾਈ ਹੈ ਨਹੀਂ, ਬਹੁਤ ਸਾਰੇ ਏਦਾਂ ਦੇ ਕਲੀਨਿਕਸ ਹੈਗੇ ਆ ਜਿੱਥੇ ਅੱਛੇ ਡਾਕਟਰਸ ਨੂੰ ਜਾ ਕੇ ਭੇਜਿਆ ਜਾ ਰਿਹਾ ਔਰ ਰੂਰਲ ਡਿਸਪੈਂਸਰੀ ਦੇ ਵਿੱਚੋਂ ਛਡਾਇਆ ਜਾ ਰਿਹਾ। ਜਦੋਂ ਡਾਕਟਰ ਵੀ ਇਹ ਮਹਿਸੂਸ ਕਰ ਰਹੇ ਨੇ ਕਿ ਇਹ ਸਾਰਾ ਸਿਸਟਮ ਜਿਹੜਾ ਹੈ ਸਿਰਫ ਤੇ ਸਿਰਫ ਰਾਜਨੀਤਿਕ ਰੋਟੀਆਂ ਸੇਕਣ ਦਾ, ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰਨ ਦਾ ਹੀ ਬਣਾਇਆ ਜਾ ਰਿਹਾ। ਔਰ ਦੇਖੋ, ਅਜੋਏ ਸ਼ਰਮਾ ਇੱਕ ਸਿਵਲ ਸਰਵੈਂਟ, ਉਹਨਾਂ ਨੇ ਦੇ ਜਿਹੜੇ ਇਸ ਫੈਸਲੇ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਮੁਹੱਲਾ ਕਲੀਨਿਕ ਦਾ ਜਿਹੜਾ ਪ੍ਰਚਾਰ ਕਰਨਾ ਹੈ, ਉਹਦੇ ਲਈ 30 ਕਰੋੜ ਰੁਪਇਆ ਸੈਂਕਸ਼ਨ ਕੀਤਾ ਜਾਵੇ, ਤੇ ਉਹਨਾਂ ਨੇ ਉਸ ਗੱਲ ਤੋਂ ਮਨਾ ਕਰ ਦਿੱਤਾ ਸੀ ਕਿ 10 ਕਰੋੜ ਰੁਪਇਆ ਖਰਚਾ ਮੁਹੱਲਾ ਕਲੀਨਿਕਸ ਤੇ ਲੱਗ ਰਿਹਾ ਤੇ 30 ਕਰੋੜ ਉਹਦੀ ਪ੍ਰਮੋਸ਼ਨ ਲਈ ਇਹ ਲਗਾਉਣਾ ਚਾਹੁੰਦੇ ਆ। ਬਾਹਰਲੀਆਂ ਸਟੇਟਾਂ ਦੇ ਵਿੱਚ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਆ, ਫਰੰਟ ਪੇजेस ਤੇ, ਨੈਸ਼ਨਲ ਨਿਊਜ਼ਪੇਪਰਸ ਤੇ, ਨੈਸ਼ਨਲ ਚੈਨਲਸ ਦੇ ਉੱਤੇ। ਸੋ ਇਸ ਕਰਕੇ ਅਜੋਏ ਸ਼ਰਮਾ ਨੇ ਵੀ ਇਹ ਰੋਕ ਉਹਦੇ ਉੱਤੇ ਲਗਾ ਦਿੱਤੀ। ਫਿਰ ਇਹਨਾਂ ਨੇ ਰਾਤੋਂ ਰਾਤ ਉਹਨਾਂ ਦੇ ਟ੍ਰਾਂਸਫਰ ਕੀਤੀ, ਉਹਨਾਂ ਦੀ ਬਦਲੀ ਕੀਤੀ। ਸੋ ਇਸ ਕਰਕੇ ਇਹ ਸਾਰਾ ਸਿਸਟਮ ਸਾਨੂੰ ਇਹ ਸਮਝ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਨ ਗਰਾਊਂਡ ਉਨੀ ਸਹਿਜ ਨਹੀਂ ਹੈਗੀ। ਉਹਨਾਂ ਦਾ ਜਿਹੜਾ ਉਹਨਾਂ ਨੇ ਡਾਇਰੈਕਟਿਵ ਸ਼ੁਰੂ ਤੋਂ ਲਿਆ ਸੀ, ਜੋ ਸੋਚ ਪੰਜਾਬੀਆਂ ਨੂੰ ਦੱਸੀ ਸੀ, ਉਹਦੇ ਵਿੱਚ ਪੂਰਨ ਤੌਰ ਤੇ ਉਹ ਨਾਕਾਮ ਸਾਬਿਤ ਹੋਇਆ। ਜੀ ਪਵਨ ਜੀ, ਅਸੀਂ ਦੇਖਦੇ ਹਾਂ ਕਿ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਅੱਜ ਦੀਆਂ ਸਰਕਾਰ ਤੱਕ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਿੱਛੇ ਅਕਾਲੀ ਦਲ ਦੀ ਵੀ ਰਹੀ ਹੈ, ਪਿੱਛੇ ਕਾਂਗਰਸ ਦੀ ਵੀ ਰਹੀ ਹੈ, ਇਹ ਸਾਰੀਆਂ ਸਰਕਾਰਾਂ ਨੇ ਐਡਵਰਟਾਈਜ਼ਮੈਂਟ ਦੇ ਉੱਤੇ, ਆਪਣੀ ਪਾਰਟੀ ਦੀ ਪਬਲਿਸਿਟੀ ਦੇ ਉੱਤੇ, ਅਸੀਂ ਆਹ ਕੰਮ ਕਰ ਦਿੱਤਾ, ਅਸੀਂ ਆਹ ਕੰਮ ਕਰ ਦਿੱਤਾ, ਇੰਨਾ ਜ਼ਿਆਦਾ ਪੈਸਾ ਖਰਚ ਕਰ ਦਿੱਤਾ ਹੈ ਵਿਗਿਆਪਨਬਾਜ਼ੀ ਦੇ ਉੱਤੇ ਕਿ ਉਹ ਪੈਸਾ ਜੇ ਪੰਜਾਬ ਦੇ ਲੋਕਾਂ ਉੱਤੇ ਖਰਚਿਆ ਹੁੰਦਾ ਤਾਂ ਪੰਜਾਬ ਦੇ ਲੋਕਾਂ ਦੀ ਹਾਲਾਤ ਸ਼ਾਇਦ ਕੁਝ ਵਧੀਆ ਹੋਈ ਹੁੰਦੀ, ਤੇ ਪੰਜਾਬ ਦੇ ਲੋਕ ਹੀ ਆਪ ਹੀ ਆਪਣੇ ਮੂੰਹੋਂ ਇਹਨਾਂ ਦਾ ਪ੍ਰਚਾਰ ਕਰ ਦਿੰਦੇ, ਇਹਨਾਂ ਦਾ ਪ੍ਰਚਾਰ ਪ੍ਰਸਾਰ ਖੁਦ ਹੀ ਕਰ ਦਿੰਦੇ, ਤਾਂ ਇਹਨਾਂ ਨੂੰ ਇਹ ਪਬਲਿਸਿਟੀ ਦੇ ਸਟੰਟ ਕਰਨ ਦੀ ਲੋੜ ਹੀ ਨਾ ਪੈਂਦੀ। ਮੈਂ ਇਹ ਮੰਨਦਾ ਔਰ ਐਕਸਪਰਟਸ ਵੀ ਮੰਨਦੇ ਨੇ ਔਰ ਅਸੀਂ ਉਹਨਾਂ ਨਾਲ ਤਵੱਕੋ ਰੱਖਦੇ ਹਾਂ। ਬਿਲਕੁਲ ਪਬਲਿਕ ਵੀ ਇਹ ਗੱਲ ਮੰਨਦੀ, ਪਬਲਿਕ ਨਾਲ ਵੀ ਅਸੀਂ ਤਵੱਕੋ ਰੱਖਦੇ ਹਾਂ ਕਿ ਵਾਕਈ ਇਹ ਐਡਵਰਟਾਈਜ਼ਮੈਂਟ ਦੇ ਉੱਤੇ, ਆਪਣੀ ਪਾਰਟੀ ਦੇ ਪ੍ਰਚਾਰ ਦੇ ਉੱਤੇ ਜਿਹੜਾ ਪੈਸਾ ਖਰਚਿਆ ਜਾਂਦਾ, ਅਗਲੀਆਂ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਇਹ ਨਾ ਕੀਤਾ ਜਾਵੇ ਤਾਂ ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦੇ ਕੰਮ ਆਏਗਾ ਤੇ ਪੰਜਾਬ ਦੇ ਲੋਕ ਆਪੇ ਹੀ ਇਹਨਾਂ ਨੂੰ ਆਪੇ ਹੀ ਵੋਟ ਦੇਣਗੇ, ਇਹਨਾਂ ਦਾ ਪ੍ਰਚਾਰ ਆਪੇ ਹੀ ਕਰਨਗੇ, ਕਿਉਂਕਿ ਉਹਨਾਂ ਨੂੰ ਆਪਣੀ ਭਲਾਈ ਦੇ ਕੰਮ ਹੁੰਦੇ ਨਜ਼ਰ ਆਉਂਦੇ ਹੈ। ਪਬਲਿਕ ਹਮੇਸ਼ਾ ਆਪਣੀ ਭਲਾਈ ਦੇ ਕੰਮ ਚਾਹੁੰਦੀ ਹੈ। ਸੋ ਇਹ ਵਿਗਿਆਪਨਬਾਜ਼ੀ ਦੇ ਉੱਤੇ ਪੈਸਾ ਖਰਚਣਾ ਬਿਲਕੁਲ ਫਿਜ਼ੂਲ ਖਰਚੀ ਹੈ ਕਿਸੇ ਵੀ ਸਰਕਾਰ ਨੇ ਜਿਹੜੀ ਇਹ ਕੀਤੀ ਹੈ। ਤਾਂ ਅਸੀਂ ਅਗਲੀ ਗੱਲ ਲੈਂਦੇ ਹਾਂ ਕਿ ਪਿੱਛੇ ਜੇ ਇੱਕ ਘਟਨਾਕ੍ਰਮ ਵਾਪਰਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਰੈਜ਼ਿਗਨੇਸ਼ਨ ਦੇ ਦਿੱਤਾ। ਹਾਲਾਂਕਿ ਉਹ ਪੁਰਾਣੇ ਆਫਿਸਰ ਨੇ ਔਰ ਕਿਸੇ ਵਕਤ ਕੇਜਰੀਵਾਲ ਸਾਹਿਬ ਨੇ ਉਹਨਾਂ ਬਾਰੇ ਕਿਹਾ ਸੀ ਮੇਰਾ ਆਫਿਸਰ ਭਾਈ, ਤੇ ਅਸੀਂ ਦੇਖਿਆ ਕਿ ਉਹਨਾਂ ਨੂੰ ਨਾ ਤੇ ਕੋਈ ਪੋਰਟਫੋਲੀਓ ਦਿੱਤਾ ਗਿਆ ਹੈ, ਨਾ ਹੀ ਉਹਨਾਂ ਦੇ ਐਕਸਪੀਰੀਅੰਸ ਦਾ ਕੋਈ ਫਾਇਦਾ ਲੈ ਰਹੀ ਹੈ ਸਰਕਾਰ, ਉਹਨਾਂ ਨੂੰ ਬਸ ਨੁੱਕਰੇ ਲਾਇਆ ਹੋਇਆ। ਤੇ ਕਾਫੀ ਦੇਰ ਉਹਨਾਂ ਨੇ ਸ਼ਾਇਦ ਇਹ ਚੀਜ਼ ਬਰਦਾਸ਼ਤ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਇਸ ਵਕਤ ਇਹ ਚਰਚਾ ਵੀ ਕਾਫੀ ਗਰਮਾਈ ਹੋਈ ਹੈ ਕਿ ਇੰਨਾ ਕਾਬਿਲ ਬੰਦਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾਂਦਾ ਹੈ, ਰਿਜ਼ਾਈਨ ਕਰਦਾ ਹੈ ਆਪਣੇ ਅਹੁਦੇ ਤੋਂ। ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿੱਤਣ ਦੇ ਵਿੱਚ ਪੰਜਾਬ ਦੀਆਂ
ਚੋਣਾਂ ਦੇ ਵਿੱਚ ਵੀ ਉਹਨਾਂ ਦਾ ਕਾਫੀ ਵੱਡਾ ਹੱਥ, ਕਾਫੀ ਵੱਡਾ ਯੋਗਦਾਨ ਰਿਹਾ ਹੈ। ਇਸ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਵਨ? ਦੇਖੋ, ਇਹ ਵੀ ਬੜਾ ਵੱਡਾ ਇੱਕ ਜਿਹੜਾ ਸਾਡੇ ਸਾਹਮਣੇ ਇੱਕ ਦ੍ਰਿਸ਼ ਪੈਦਾ ਹੋਇਆ ਹੈ ਇਸ ਸਰਕਾਰ ਦੇ ਵੇਲੇ ਦੇ ਵਿੱਚ, ਇਸ ਸਮੇਂ ਦੇ ਵਿੱਚ। ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੇ ਲੰਮੇ ਸਮੇਂ ਦੇ ਉੱਤੋਂ ਕਹਿ ਸਕਦੇ ਹਾਂ ਕੋਟਕਪੂਰਾ ਫਾਇਰਿੰਗ ਕੇਸ ਦੇ ਵਿੱਚ ਵੱਡੀ ਜਾਂਚ ਕੀਤੀ ਔਰ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਪਰ ਵੀ ਬਹੁਤ ਸਾਰੇ ਵਿਚਾਰਾਂ ਜਿਹੜੀਆਂ ਲੋਕਾਂ ਦੇ ਸਮਕਸ਼ ਰੱਖੀਆਂ ਔਰ ਲੋਕਾਂ ਨੂੰ ਆਸ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਗ੍ਰਹਿ ਮੰਤਰਾਲਾ ਸੰਭਾਲਣਗੇ ਔਰ ਜਿਹੜੀ ਬੇਅਦਬੀ ਦੇ ਮਾਮਲੇ ਦੇ ਵਿੱਚ ਸਾਰੇ ਹੀ ਸਿੱਖ ਡਾਇਸਪੋਰਾ ਨੂੰ ਔਰ ਸਾਰੇ ਦੇਸ਼ੋ ਦੁਨੀਆ ਦੇ ਵਿੱਚ ਆਮ ਆਵਾਮ ਨੂੰ ਇਹਦਾ ਇਨਸਾਫ ਮਿਲੇਗਾ ਔਰ ਸੱਚ ਸਾਹਮਣੇ ਆਏਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਪਰ ਜਿਉਂ ਹੀ ਸਰਕਾਰ ਬਣਦੀ ਹੈ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਦੇ ਆਰ ਟ੍ਰਾਈਂਗ ਟੂ ਇਗਨੋਰ ਕਿ ਉਹਨਾਂ ਦੀਆਂ ਕੀਤੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਉਹਨੂੰ ਕਿਤੇ ਬੂਰ ਨਾ ਪੈ ਜਾਏ, ਕਿਤੇ ਉਹ ਪੰਜਾਬ ਦੇ ਵਿੱਚ ਨੈਸ਼ਨਲ ਲੈਵਲ ਔਰ ਇੰਟਰਨੈਸ਼ਨਲ ਲੈਵਲ ਤੇ ਹੀਰੋ ਉੱਭਰ ਕੇ ਨਾ ਸਾਹਮਣੇ ਆ ਜਾਣ। ਸੋ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਅੱਗੇ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਮੈਂ ਦੇਖ ਪਾ ਰਿਹਾ ਕਿ ਸਰਕਾਰਾਂ ਕਰ ਰਹੀਆਂ। ਔਰ ਇਸ ਤੋਂ ਬਾਅਦ ਜਿਹੜਾ ਉਹਨਾਂ ਨੇ ਹੁਣ ਸਮੇਂ ਦੇ ਵਿੱਚ ਆਪਣੀ ਭਰੋਸਾ ਕਮੇਟੀ ਜਿਹੜੀ ਵਿਧਾਨ ਸਭਾ ਦੀ ਸੀ, ਅਸ਼ੋਰੈਂਸ ਕਮੇਟੀ, ਉਹਦੇ ਤੋਂ ਰਿਜ਼ਾਈਨ ਕੀਤਾ। ਉਹਦੇ ਵਿੱਚ ਵੀ ਉਹਨਾਂ ਦਾ ਮੁੱਖ ਜਿਹੜੀ ਸੋਚ ਸੀਗੀ ਉਹਦੇ ਅਧੀਨ ਇਹ ਸੀ ਕਿ ਉਹਨਾਂ ਨੇ ਜੋ ਬੇਅਦਬੀ ਮਾਮਲਿਆਂ ਦੇ ਵਿੱਚ ਜੋ ਪ੍ਰੈਸੀਡੈਂਸੀਜ਼ ਚੱਲੇ ਨੇ, ਜੋ ਕਾਰਵਾਈ ਸਰੰਜਾਮ ਸਰਕਾਰ ਜੇ ਕਰ ਰਹੀ ਹੈ ਜਾਂ ਗ੍ਰਹਿ ਮੰਤਰਾਲਾ ਕਰ ਰਿਹਾ ਜਾਂ ਡੀਜੀਪੀ ਕਰ ਰਿਹਾ ਜਾਂ ਹੋਰ ਸੰਬੰਧਿਤ ਅਫਸਰ ਕਰ ਰਹੇ ਨੇ, ਕਰ ਰਹੇ ਨੇ, ਉਹਨਾਂ ਕੋਲੋਂ ਇੱਕ ਹੋਮ ਸੈਕਟਰੀ ਕੋਲੋਂ ਇੱਕ ਰਿਪੋਰਟ ਮੰਗੀ ਸੀ ਕਿ ਉਹਨਾਂ ਨੂੰ ਮੀਟਿੰਗ ਦੇ ਵਿੱਚ, ਕਿਉਂਕਿ ਵਿਧਾਨ ਸਭਾ ਦੀਆਂ ਕਮੇਟੀਆਂ ਕੋਲ ਬੜੀ ਵੱਡੀ ਪਾਵਰ ਹੁੰਦੀ ਹੈ ਆਪਣੇ ਆਪ ਦੇ ਵਿੱਚ, ਸੋ ਇਹ ਹੱਕ ਰੱਖ ਸਕਦੀਆਂ ਕਿ ਉਹ ਕੋਈ ਵੀ ਕਾਰਵਾਈ ਨੂੰ ਜਿਹੜਾ ਉਹਦੀ ਜਾਣਕਾਰੀ ਉਹ ਹਾਸਲ ਕਰ ਸਕਦੀਆਂ। ਸੋ ਉਹਨਾਂ ਨੇ ਮੰਗਵਾਈ ਉਹਨਾਂ ਕੋਲੋਂ। ਪਰ ਇਹ ਸਮਝੋ ਕਿ 17 ਜਨਵਰੀ ਤੋਂ ਬਾਅਦ ਇਹ ਸਾਰੀਆਂ ਮੀਟਿੰਗਸ ਜਿਹੜੀਆਂ ਥਰੂ ਸਪੀਕਰ ਜਿਹੜਾ ਇੱਕ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ। ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਕੰਪਲੈਕਸ ਹੋਵੇ, ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਸਵਾਲ ਜਵਾਬ ਹੋਣਗੇ ਤੇ ਲੋਕਾਂ ਦੇ ਵਿੱਚ, ਮੀਡੀਆ ਦੇ ਵਿੱਚ ਵੀ ਇਹ ਗੱਲ ਆ ਸਕਦੀ ਹੈ। ਸੋ ਉਹਨਾਂ ਨੇ ਮੀਟਿੰਗਾਂ ਨੂੰ ਹੀ ਰੱਦ ਕਰ ਦਿੱਤਾ, ਜਿਹਦੇ ਤਹਿਤ ਫਿਰ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਇਹ ਫੈਸਲਾ ਕੀਤਾ ਕਿ ਉਹ ਏਦਾਂ ਦੀਆਂ ਬੋਗਸ ਸਿਸਟਮ ਦੇ ਵਿੱਚ ਰਹਿ ਕੇ ਜਾਂ ਏਦਾਂ ਦੀ ਚੇਅਰਮੈਨੀਆਂ ਲੈ ਕੇ ਉਹਨਾਂ ਨੇ ਹਾਸਲ ਕੀ ਕਰਨਾ ਜੇ ਆਮ ਲੋਕਾਂ ਦੇ, ਸਾਡੇ ਪੰਜਾਬੀ ਡਾਇਸਪੋਰਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਦਿਵਾਉਣ ਲਈ ਕੋਈ ਕਾਰਵਾਈ ਸਰੰਜਾਮ ਜੇ ਨਹੀਂ ਕਰ ਸਕਦੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਕੁਰਸੀ ਦੇ ਨਾਲ ਚਿਪਕਣਾ ਉਨਾ ਇੰਪੋਰਟੈਂਟ ਨਹੀਂ ਹੈ, ਲੋਕਾਂ ਨੂੰ ਇਨਸਾਫ ਦਿਵਾਉਣਾ ਬੜਾ ਇੰਪੋਰਟੈਂਟ ਹੈ, ਜਿਹਦੇ ਨਾਲ ਲਾਰਜਰ ਵੇ ਦੇ ਵਿੱਚ ਇੱਕ ਸੁਨੇਹਾ ਗਿਆ ਕਿ ਜੇ ਕੋਈ ਵੀ ਸਰਕਾਰ ਇਸ ਵੇਲੇ ਬੇਅਦਬੀ ਮਾਮਲਿਆਂ ਨੂੰ ਸੁਲਝਾਉਣਾ ਨਹੀਂ ਚਾਹੁੰਦੀ, ਪਰ ਉਹਨਾਂ ਦੇ ਲਈ ਪੰਜਾਬ ਦੇ ਵਿੱਚ ਇੱਕ ਅਜਿਹਾ ਲੀਡਰ ਹੈਗਾ ਜਿਹੜਾ ਉਹਨਾਂ ਦੇ ਲਈ ਅਜੇ ਵੀ ਖੜਾ ਹੈ। ਸੋ ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਇਸ ਗੱਲ ਤੋਂ ਰਿਜ਼ਾਈਨ ਕੀਤਾ ਔਰ ਲਾਰਜਰ ਮੈਸੇਜ ਪੂਰੇ ਪੰਜਾਬ ਦੇ ਵਿੱਚ ਹੀ ਗਿਆ, ਵਿੱਚ ਵੀ ਗਏ। ਉੱਥੇ ਜਿਹੜਾ ਇੱਕ ਮੋਰਚਾ ਲੱਗਾ, ਉੱਥੇ ਵੀ ਜਾ ਕੇ ਲੋਕਾਂ ਨੂੰ ਮਿਲੇ, ਉਹਨਾਂ ਨੇ ਆਪਣੀ ਗੱਲਬਾਤ ਉੱਥੇ ਰੱਖੀ ਹੈ, ਵਿਚਾਰ ਸਾਂਝੇ ਕੀਤੇ ਆ। ਸੋ ਓਵਰਆਲ ਇਹ ਸਮਝ ਦੇ ਵਿੱਚ ਆ ਰਿਹਾ ਕਿ ਉਹੀ ਸਰਕਾਰਾਂ ਜਿਹੜੀਆਂ ਰਾਜਨੀਤਿਕ ਲੋਕ ਜਿਹੜੇ ਸਰਕਾਰ ਬਣਨ ਤੋਂ ਪਹਿਲਾਂ ਕਹਿ ਰਹੇ ਹੁੰਦੇ ਕਿ 24 ਘੰਟੇ ਦੇ ਵਿੱਚ ਦੋਸ਼ੀਆਂ ਨੂੰ ਅਸੀਂ ਅਰੈਸਟ ਕਰ ਲਾਂਗੇ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਰਿਪੋਰਟ ਦੇ ਉੱਪਰ ਕਾਰਵਾਈ ਕਰਾਂਗੇ, ਸਰਕਾਰ ਬਣਨ ਤੋਂ ਬਾਅਦ ਹੀ ਉਹਨਾਂ ਦੀ ਨਿਗਾਹ ਜਿਹੜੀ ਬਦਲ ਜਾਂਦੀ ਹੈ। ਫਿਰ ਉਹੀ ਲੋਕ ਜਿਹੜੇ ਕਹਿੰਦੇ ਸੀ ਇੱਕ ਇੱਕ ਪੈਸਾ ਲੋਕਾਂ ਦਾ ਸੰਭਾਲ ਕੇ ਰੱਖਾਂਗੇ, ਉਹੀ ਲੋਕ ਫਿਰ ਕੀ ਕਰਦੇ ਆ, ਜਦੋਂ ਹੈਲੀਕਾਪਟਰ ਉਹਨਾਂ ਨੂੰ ਛੋਟਾ ਲੱਗਦਾ ਤੇ ਆਪਣੇ ਲੀਡਰਾਂ ਦੀ ਹੋਰ ਸਟੇਟਾਂ ਦੇ ਵਿੱਚ ਜਦੋਂ ਚੋਣਾਂ ਆਉਣੀਆਂ ਤੇ ਉਹ ਚਾਹੁੰਦੇ ਵੀ ਜ਼ਿਆਦਾ ਲੀਡਰ ਜਿਹੜੇ ਆ ਪੰਜਾਬ ਦੇ ਵਿੱਚੋਂ ਮੰਤਰੀ ਜਿਹੜੇ ਬਣਾਏ ਗਏ ਉਹ ਬਹਿ ਕੇ ਜਾ ਸਕਣ, ਤੇ ਫਿਰ ਉਹ ਇੱਕ ਪਲੇਨ ਜਿਹੜਾ ਉਹ ਖਰੀਦਣ ਦੀ ਗੱਲ ਕਰਦੇ ਆ ਤੇ ਉਹਦੇ ਟੈਂਡਰ ਲਾਉਂਦੇ ਆ। 4 ਲੱਖ ਰੁਪਏ ਮਹੀਨਾ ਤੋਂ ਸ਼ੁਰੂ ਹੋਣੀ। ਸੋ ਇਸ ਕਰਕੇ ਇਹ ਉਹੀ ਲੀਡਰ ਨੇ ਜਿਹੜੇ ਬੇਅਦਬੀ ਦੇ ਇਨਸਾਫ ਦੀਆਂ ਗੱਲਾਂ ਕਰਦੇ ਸੀ, ਜਿਹੜੇ ਪੰਜਾਬ ਦੇ ਵਿੱਚ ਨਸ਼ਾ ਬੰਦ ਕਰਨ ਦੀਆਂ ਗੱਲਾਂ ਕਰਦੇ ਸੀ, ਜਿਹੜੇ ਲੋਕਾਂ ਦੇ ਪੈਸੇ ਨੂੰ ਬਚਾਉਣ ਦੀ ਗੱਲ ਕਰਦੇ ਸੀ, ਇਲੀਗਲ ਮਾਈਨਿੰਗ ਤੋਂ 20,000 ਕਰੋੜ ਰੁਪਈਆ ਇਕੱਠਾ ਕਰਨ ਦੀ ਗੱਲ ਕਰਦੇ ਸੀ, ਹਜ਼ਾਰਾਂ ਕਰੋੜਾਂ ਰੁਪਈਏ ਬਚਾਉਣ ਦੀ ਗੱਲ ਕਰਦੇ ਸੀ ਕਰਪਸ਼ਨ ਦੇ ਮਾਮਲਿਆਂ ਨੂੰ। ਪਰ ਤੁਸੀਂ ਦੇਖ ਲਓ ਅੱਜ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਸਾਰੀਆਂ ਬੁਰਾਈਆਂ ਪ੍ਰੀਵੈਲੈਂਟ ਹੈਗੀਆਂ, ਲਾਅ ਐਂਡ ਆਰਡਰ ਦੀ ਸਥਿਤੀ ਵੀ ਬਹੁਤ ਖਰਾਬ ਹੈਗੀ। ਸੋ ਇਸ ਕਰਕੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਜਿਹੜਾ ਰਿਜ਼ਾਈਨ ਕੀਤਾ, ਉਹਦੇ ਵਿੱਚ ਇਹ ਸਮਝ ਆਉਂਦਾ ਕਿ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੀ ਸੋਚ ਦੇ ਵਿੱਚ ਅਜੇ ਵੀ ਇਹ ਚੀਜ਼ ਹੈਗੀ ਹੈ ਕਿ ਪੰਜਾਬ ਵਾਸੀਆਂ ਨੂੰ ਜਿਹੜੇ ਵਾਅਦੇ ਕਰਕੇ, ਜਿਹੜੇ ਸੁਪਨੇ ਦਿਖਾ ਕੇ ਅਸੀਂ ਸਰਕਾਰ ਬਣਾਈ ਹੈ, ਜਿਹੜੀਆਂ ਗੱਲਾਂ ਸਿੱਖ ਡਾਇਸਪੋਰਾ ਦੇ ਲਈ ਸਪੈਸ਼ਲੀ ਕੀਤੀਆਂ ਗਈਆਂ, ਜਿਹੜੀਆਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਇਨਸਾਫ ਦਿਵਾਉਣ ਦੀ ਗੱਲ ਕੀਤੀ ਗਈ ਹੈ, ਜੇ ਉਹਦੇ ਵਿੱਚ ਉਹ ਪ੍ਰੈਕਟੀਕਲੀ ਸਰਕਾਰ ਉਹਨਾਂ ਦੇ ਲਈ ਕਿਸੇ ਤਰ੍ਹਾਂ ਦੀ ਰੁਕਾਵਟ ਬਣਨਾ ਚਾਹੁੰਦੀ ਹੈ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਇਸ ਚੀਜ਼ ਤੋਂ ਰਿਜ਼ਾਈਨ ਖੁਦ ਹੀ ਦੇ ਦੇਣਾ।
ਔਰ ਮੈਂ ਉਹਨਾਂ ਨੇ ਆਪਣੇ ਕਈ ਬਿਆਨਾਂ ਦੇ ਵਿੱਚ ਵੀ ਗੱਲ ਕੀਤੀ ਆ ਕਿ ਮੈਂ ਆਪਣੀ ਅਪੀਲ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਲਾਈ ਹੈ। ਪਰਮਾਤਮਾ ਇਸ ਗੱਲ ਦਾ ਇਨਸਾਫ ਕਰਨ ਦੇ ਵਿੱਚ ਸਾਨੂੰ ਹੋਰ ਤਾਕਤ ਬਖਸ਼ੇ ਔਰ ਸਮਾਂ ਆਊਗਾ ਤੇ ਇਸ ਗੱਲ ਦੇ ਉੱਤੇ ਇਨਸਾਫ ਹੋਊਗਾ, ਚਾਹੇ ਜਿੰਨੀ ਵੀ ਐਫਰਟਸ ਕਰਨੀਆਂ ਪੈਣ। ਸੋ ਇਸ ਕਰਕੇ ਮੈਨੂੰ ਤੇ ਮਹਿਸੂਸ ਇਹ ਹੋ ਰਿਹਾ ਕਿ ਬੜੀ ਡਾਵਾਡੋਲ ਹੈਗੀ ਆ। ਲੋਕ ਔਨ ਗਰਾਊਂਡ ਉਹਨਾਂ ਦੇ ਉੱਤੇ ਕੋਈ ਇਸ ਲੈਵਲ ਤੇ ਖੁਸ਼ ਨਹੀਂ ਹੈਗੇ। ਕੋਈ ਡਿਸੀਜਨ ਲੈ ਰਹੇ ਆ, ਫਿਰ ਸ਼ਾਮ ਨੂੰ ਉੱਥੇ ਸਟੈਪ ਬੈਕ ਕਰ ਲੈਂਦੇ ਆ। ਕਿਤੇ ਵੱਡੀਆਂ ਐਡਵਰਟਾਈਜ਼ਮੈਂਟਸ ਦੀ ਗੱਲ ਹੁੰਦੀ ਆ, ਕਿਤੇ ਉਹ ਖੁਦ ਜਿਹੜੇ ਮੁਹੱਲਾ ਕਲੀਨਿਕਸ ਖੋਲ੍ਹੇ ਆ, ਉਹ ਉਨੇ ਵੱਡੇ ਲੈਵਲ ਤੇ ਔਨ ਗਰਾਊਂਡ ਆਪਰੇਸ਼ਨਲ ਨਹੀਂ ਹੈਗੇ। ਕੋਈ ਬਹੁਤ ਉਹਨੇ ਅੱਛੀ ਕਾਰਕਰਦਗੀ ਉਹਨਾਂ ਚੀਜ਼ਾਂ ਦੀ ਨਹੀਂ ਹੈਗੀ। ਕਿਤੇ ਵੀ ਲੈਵਲ ਦੇ ਉੱਤੇ ਤੁਸੀਂ ਦੇਖ ਲਓ ਕਿ ਜੇ ਹੈਲਥ ਸਿਸਟਮ ਨੂੰ ਵੀ ਕਿਸ ਤਰ੍ਹਾਂ ਦੀ ਇਹ ਠੇਸ ਹੀ ਪਹੁੰਚਾ ਰਹੇ ਆ। ਇਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਸਾਨੂੰ ਐਕਸਪਰਟਸ ਦੀ ਲੋੜ ਹੈ, ਸਾਨੂੰ ਸੀਨੀਅਰ ਡਾਕਟਰਸ ਦੀ ਲੋੜ ਹੈ, ਸਾਨੂੰ ਇੱਕ ਬੈਲੈਂਸਡ ਸਿਸਟਮ ਦੀ ਲੋੜ ਹੈ, ਨਾ ਕਿ ਦਿੱਲੀ ਦੀਆਂ ਰੱਖੀਆਂ ਹੋਈਆਂ ਪਾਲਿਸੀਜ਼ ਨੂੰ ਪੰਜਾਬ ਦੇ ਵਿੱਚ ਲਾ ਕੇ ਤੇ ਜਿਹੜਾ ਕੇਜਰੀਵਾਲ ਹੁਣੀ ਸਿਰਫ ਉਹਨਾਂ ਨੂੰ ਹੀ ਪੰਜਾਬ ਦੇ ਲੋਕਾਂ ਨੂੰ ਜਸਟੀਫਾਈ ਕਰਨਾ ਕਿ ਜੀ ਜੋ ਉਹ ਕਹਿ ਰਹੇ ਆ ਬਹੁਤ ਚੰਗਾ ਹੈ ਤੇ ਜੋ ਉਹ ਕਰ ਰਹੇ ਆ ਉਹ ਬਹੁਤ ਚੰਗਾ ਹੈ ਤੇ ਜੋ ਉਹਨਾਂ ਪਾਲਿਸੀਜ਼ ਬਣਾਈਆਂ ਉਹ ਬਹੁਤ ਚੰਗੀਆਂ ਨੇ। ਸਿੱਧਾ ਇਹ ਸਮਝ ਆਉਂਦਾ ਕਿ ਦਿੱਲੀ ਦੇ ਵਿੱਚ ਤੇ ਗਵਰਨਮੈਂਟ ਜਿਹੜੀ ਆ ਉਹ ਇੱਕ ਬੜੀ ਛੋਟੇ ਲੈਵਲ ਦੀ ਗਵਰਨਮੈਂਟ ਕਹਿ ਸਕਦੇ ਹਾਂ। ਪੰਜਾਬ ਦੇ ਵਿੱਚ ਫੁੱਲ ਫਲੈਜ ਗਵਰਨਮੈਂਟ ਹੈਗੀ ਆ ਆਮ ਆਦਮੀ ਪਾਰਟੀ ਦੀ, ਕਿਉਂਕਿ ਲਾਅ ਐਂਡ ਆਰਡਰ ਵੀ ਇਸ ਦੇ ਵਿੱਚ ਸਰਕਾਰ ਦੇ ਅਧੀਨ ਹੁੰਦਾ ਹੈ। ਦਿੱਲੀ ਵਿੱਚ ਛੋਟੀਆਂ ਸਰਕਾਰਾਂ, ਕਾਰਪੋਰੇਸ਼ਨ ਵਰਗੀਆਂ ਸਰਕਾਰਾਂ ਤੁਸੀਂ ਕਹਿ ਸਕਦੇ ਹੋ, ਪਰ ਦਿੱਲੀ ਦੇ ਲੀਡਰ ਜੋ ਸਮਝ ਆ ਰਿਹਾ ਕਿ ਪੰਜਾਬ ਦੇ ਰੈਵਨਿਊ ਨੂੰ ਬੜੀ ਵੱਡੇ ਲੈਵਲ ਤੇ ਇਸਤੇਮਾਲ ਕਰ ਰਹੇ ਆ, ਚਾਹੇ ਉਹ ਜਹਾਜ਼ ਖਰੀਦਣ ਦੀਆਂ ਗੱਲਾਂ ਹੋਣ, ਚਾਹੇ ਹਰ ਮੀਡੀਆ ਗਰੁੱਪਸ ਦੇ ਵਿੱਚ ਐਡਵਰਟਾਈਜ਼ਮੈਂਟ ਦੀਆਂ ਗੱਲਾਂ ਹੋਣ, ਚਾਹੇ ਟਰੈਵਲਿੰਗ ਦੇ ਵਿੱਚ ਗੱਲਾਂ ਹੋਣ, ਚਾਹੇ ਸਿਕਿਉਰਿਟੀ ਸਿਸਟਮਸ ਦੇ ਵਿੱਚ ਗੱਲਾਂ ਹੋਣ, ਵੱਡੇ-ਵੱਡੇ ਪ੍ਰੋਟੋਕਾਲ ਹਾਸਲ ਕੀਤੇ ਜਾ ਰਹੇ ਆ। ਤੁਸੀਂ ਦੇਖੋ ਕਿ ਪਿਛਲੇ ਦਿਨੀ ਰਾਘਵ ਚੱਡਾ ਦੇ ਪੀਏ ਦਾ ਵਿਵਾਹ ਸਮਾਗਮ ਸੀ। ਉੱਥੇ ਪੰਜਾਬ ਦੇ ਹਰ ਲੀਡਰ, ਸਪੀਕਰ ਤੱਕ ਜਿਹੜੇ ਉੱਥੇ ਪਹੁੰਚੇ ਸੀ। ਆਪ ਹੀ ਸਮਝ ਲਓ ਕਿ ਰੀਅਲ ਇਨ ਵੇ ਡੀ ਫੈਕਟੋ ਜਿਹੜਾ ਲੋਕ ਕਹਿ ਰਹੇ ਆ ਕਿ ਮੁੱਖ ਮੰਤਰੀ ਪੰਜਾਬ ਦਾ ਰਾਘਵ ਚੱਡਾ ਹੀ ਆ ਜਾਂ ਕੇਜਰੀਵਾਲ ਬੈਠ ਕੇ ਹੀ ਸਰਕਾਰਾਂ ਚਲਾ ਰਹੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਅੰਦੇਸ਼ਾ ਲਾ ਲਓ ਕਿ ਉਹਨਾਂ ਦਾ ਪੀਏ, ਉਹਨਾਂ ਦਾ ਸੈਕਟਰੀ ਵੀ ਕਿੰਨਾ ਪਾਵਰਫੁਲ ਹੈਗਾ ਕਿ ਹਰ ਲੀਡਰ ਜਿਹੜਾ ਉਹਦੀ ਹਾਜ਼ਰੀ ਭਰ ਰਿਹਾ ਜਾ ਕੇ ਵਿਆਹ ਦੀ ਵਧਾਈ ਜਿਹੜੀ ਦੇ ਰਿਹਾ। ਸੋ ਪੰਜਾਬ ਦੇ ਵਿੱਚ ਲਾਰਜਰ ਇਸ਼ੂਜ਼ ਨੂੰ ਛੱਡ ਕੇ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੱਤੇ ਜਾ ਰਹੇ ਆ। ਕਦੀ ਕਿਤੇ ਮੂਵੀਜ਼ ਦੇ ਉਦਘਾਟਨ ਦੇ ਪਹੁੰਚ ਜਾਂਦੇ ਆ। ਸੋ ਮੈਂ ਇਹ ਦੇਖ ਪਾ ਰਿਹਾ ਕਿ ਜੋ ਪੰਜਾਬ ਦੇ ਲੋਕਾਂ ਦੀ ਤਵੱਕੋ ਸੀਗੀ, ਜੋ ਐਕਸਪੈਕਟੇਸ਼ਨ ਸੀਗੀ, ਉਹਦੇ ਉੱਤੇ ਉਸ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਅਜੇ ਤੱਕ ਬਿਲਕੁਲ ਵੀ ਖਰੇ ਨਹੀਂ ਉਤਰ ਪਾਈ। ਲੋਕ ਵੀ ਲਜ਼ੀਜ਼ ਫੇਅਰ ਇੱਕ ਸ਼ਬਦ ਹੈਗਾ ਕਿ ਜਿੱਧਰ ਨੂੰ ਮਰਜ਼ੀ ਇਹਨਾਂ ਦੇ ਲੀਡਰ ਤੁਰੇ ਫਿਰਦੇ ਆ। ਜੇ ਕਿਤੇ ਵਿਜ਼ਿਟ ਕਰਦੇ ਆ ਤੇ ਵਰਡ ਯੂਜ਼ ਕਰਦੇ ਆ ਛਾਪਾ। ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਵਿਜ਼ਿਟ ਔਰ ਛਾਪੇ ਦੇ ਉੱਤੇ ਬਹੁਤ ਵੱਡਾ ਫਰਕ ਹੁੰਦਾ। ਕਿਤੇ ਕੋਈ ਇਹਨਾਂ ਦਾ ਲੀਡਰ, ਕੋਈ ਮੰਤਰੀ ਕਿਸੇ ਦਫ਼ਤਰ ਦੇ ਵਿੱਚ ਵਿਜ਼ਿਟ ਕਰਨ ਜਾਂਦਾ ਹੈ ਤੇ ਇਹ ਆਪਣੀਆਂ ਪੋਸਟਾਂ ਦੇ ਉੱਤੇ ਛਾਪਾ ਲਿਖਦੇ ਨੇ। ਸੋ ਇਸ ਕਰਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਰਕਾਰ ਦੇ ਵਿੱਚ ਸਾਨੂੰ ਨਜ਼ਰ ਆ ਰਹੀਆਂ। ਹੋਪਫੁਲੀ ਇਹ ਸਮੇਂ ਸਿਰ ਸੰਭਲ ਜਾਣਗੇ ਔਰ ਜੇ ਇਹ ਸੰਭਲ ਜਾਣਗੇ ਤੇ ਚੰਗੇ ਰਹਿਣਗੇ, ਤਾਂ ਕਿ ਲੋਕ ਵੀ ਫਿਰ ਇਹਨਾਂ ਨੂੰ ਜੇ ਇੰਨੀ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਲੋਕ ਵੀ ਫਿਰ ਇਹਨਾਂ ਦਾ ਮਾਨ ਸਨਮਾਨ ਜਿਹੜਾ ਉਹ ਬਰਕਰਾਰ ਰੱਖ ਸਕਣ। ਪਰ ਜੇ ਨਹੀਂ ਸਮਝਣਗੇ ਤਾਂ ਫਿਰ ਸਮਾਂ ਬਹੁਤ ਬਲਵਾਨ ਹੈ। ਜੋ ਬਾਕੀ ਲੀਡਰਾਂ ਦਾ, ਰਵਾਇਤੀ ਲੀਡਰਾਂ ਦਾ ਹਾਲ ਹੋਇਆ ਤੇ ਫਿਰ ਇਹਨਾਂ ਦਾ ਵੀ। ਜੀ ਪਵਨ ਜੀ, ਤੁਹਾਡੀ ਗੱਲਬਾਤ ਤੋਂ ਮੈਂ ਇੱਕ ਗੱਲ ਫੜੀ ਹੈ ਜੋ ਤੁਸੀਂ ਇਹ ਦੱਸਿਆ ਹੈ ਕਿ ਪੰਜਾਬ ਦਾ ਮਾਹੌਲ ਇਸ ਵਕਤ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਔਰ ਕੌਣ ਐਕਟਿਵ ਹੈ ਜ਼ਿਆਦਾ, ਪੰਜਾਬ ਨੂੰ ਸੰਚਾਲਨ ਕੌਣ ਕਰਦਾ ਪਿਆ, ਇਹ ਗੱਲ ਸਾਹਮਣੇ ਆਉਂਦੀ ਹੈ। ਔਰ ਕਈ ਵਾਰ ਅਸੀਂ ਪਬਲਿਕ ਦੇ ਵਿੱਚ ਵੀ ਗੱਲ ਇਹ ਮਹਿਸੂਸ ਕਰਦੇ ਹਾਂ ਜੋ ਤੁਸੀਂ ਆਪਣੀ ਜਵਾਬ ਦੇ ਵਿੱਚ ਗੱਲ ਕਹੀ ਹੈ ਕਿ ਸਾਰੇ ਕਹਿੰਦੇ ਨੇ ਕਿ ਸਾਰਾ ਸੰਚਾਲਨ ਤਾਂ ਕੇਜਰੀਵਾਲ ਸਾਹਿਬ ਕਰਦੇ ਨੇ, ਅੱਗੋਂ ਰਾਘਵ ਚੱਡਾ ਸਭ ਕੁਝ ਸੰਭਾਲਦੇ ਨੇ, ਜਿਵੇਂ ਉੱਤੋਂ ਇੰਸਟਰਕਸ਼ਨਸ ਕੇਜਰੀਵਾਲ ਸਾਹਿਬ ਦਿੰਦੇ ਨੇ ਤਾਂ ਫਿਰ ਰਾਘਵ ਚੱਡਾ ਜਿਸ ਤਰ੍ਹਾਂ ਸੰਭਾਲਦੇ ਨੇ ਉਸ ਤੋਂ ਅੱਗੇ ਆਉਂਦੇ ਨੇ ਭਗਵੰਤ ਮਾਨ ਸਾਹਿਬ ਜੋ ਪੰਜਾਬ ਦੇ ਸੀਐਮ ਨੇ। ਤਾਂ ਫਿਰ ਇਸ ਤਰ੍ਹਾਂ ਦੇਖਿਆ ਜਾਵੇ ਕਿ ਉੱਤੇ ਕੇਜਰੀਵਾਲ ਸਾਹਿਬ, ਫਿਰ ਰਾਘਵ ਚੱਡਾ ਸਾਹਿਬ ਤੇ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ, ਤੇ ਫਿਰ ਭਗਵੰਤ ਮਾਨ ਸਾਹਿਬ ਦਾ ਕੀ ਸਟੇਟਸ ਹੋ ਜਾਂਦਾ ਹੈ ਐਜ਼ ਸੀਐਮ, ਉਹ ਕਿੱਦਾਂ ਕੰਮ ਕਰ ਰਹੇ ਨੇ। ਐਕਸਪਰਟਸ ਇਹਦੇ ਉੱਤੇ ਕਾਫੀ ਡਿਸਕਸ਼ਨਸ ਕਰਦੀਆਂ ਨੇ, ਕਈ ਵਾਰ ਕੌੜੀਆਂ ਗੱਲਾਂ ਵੀ ਕਰ ਜਾਂਦੇ ਨੇ, ਪਬਲਿਕ ਵੀ ਕਈ ਵਾਰ ਕੌੜੀਆਂ ਗੱਲਾਂ ਕਰ ਜਾਂਦੀ ਹੈ। ਅਸਲੀਅਤ ਕੀ ਹੈ? ਕਿਉਂਕਿ ਹਮੇਸ਼ਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੇ ਮਿਠਾਸ ਰਹਿਣੀ ਚਾਹੀਦੀ ਹੈ ਨਾ, ਕੌੜੀਆਂ ਗੱਲਾਂ ਦਾ ਤੇ ਕੋਈ ਸਥਾਨ ਹੀ ਨਹੀਂ। ਇਹ ਮਿਠਾਸ ਨੂੰ ਬਰਕਰਾਰ ਰੱਖਣ ਵਾਸਤੇ ਕੀ ਕਰਨਾ ਚਾਹੀਦਾ ਹੈ? ਭਗਵੰਤ ਮਾਨ ਸਾਹਿਬ ਦੇ ਪਰਸਪੈਕਟਿਵ ਤੋਂ ਆਪਾਂ ਕਿੱਦਾਂ ਦੇਖ ਸਕਦੇ ਹਾਂ ਪੰਜਾਬ ਦੀ ਰਾਜਨੀਤੀ ਨੂੰ? ਇੱਕ ਬਰੀਫ ਆਨਸਰ ਚਾਹੀਦਾ ਮੈਨੂੰ। ਦੇਖੋ ਸੰਜੀਵ ਜੀ, ਤੁਸੀਂ ਬੜੀ ਵੈਲਿਡ ਗੱਲ ਕੀਤੀ ਆ। ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਲੋਕ ਇਦਾਂ ਦੀ ਗੱਲ ਸੋਚ ਰਹੇ ਆ। ਜਦੋਂ ਇਹ ਸਮਝ ਆਉਂਦਾ ਕਿ ਸੈਕਟਰੀਏਟ ਦੇ ਵਿੱਚ ਦਿੱਲੀ ਤੋਂ ਬਿਠਾਏ ਕੁਝ ਪ੍ਰਾਈਵੇਟ ਲੋਕ ਅਫਸਰਾਂ ਦੀਆਂ ਫਾਈਲਸ ਚੈੱਕ ਕਰਦੇ ਆ, ਜਦੋਂ
ਕਾਰਪੋਰੇਸ਼ਨਾਂ ਦੇ ਬੋਰਡ ਦੇ ਚੇਅਰਮੈਨ ਲੱਗਦੇ ਆ, ਉਹ ਮੁੱਖ ਮੰਤਰੀ ਨੂੰ ਧੰਨਵਾਦ ਕਰਨ ਦੀ ਬਜਾਏ ਰਾਘਵ ਚੱਡਾ ਦੇ ਘਰ ਜਾ ਕੇ ਧੰਨਵਾਦ ਕਰਨ ਜਾਂਦੇ ਆ। ਜਦੋਂ ਕੋਈ ਵੱਡੀਆਂ ਮੀਟਿੰਗਸ ਹੋਣੀਆਂ ਹੁੰਦੀਆਂ, ਉਹਦਾ ਟਾਈਮ ਲੈਣ ਵਾਸਤੇ ਦਿੱਲੀ ਤੋਂ ਟਾਈਮ ਲੈਣਾ ਪੈਂਦਾ। ਜਦੋਂ ਆਪਣੀ ਮਰਜ਼ੀ ਦੇ ਨਾਲ ਕੋਈ ਬਿਆਨ ਦੇਣਾ ਹੁੰਦਾ ਤੇ ਕੇਜਰੀਵਾਲ ਐਂਡ ਦੂਸਰੀ ਪਾਰਟੀ ਉਹਨੂੰ ਰੋਕ ਦਿੰਦੀ ਹੈ। ਜਦੋਂ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹਦੇ ਵਿੱਚ ਨੈਸ਼ਨਲ ਪੇਜਿਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨੂੰ ਵੱਡੇ ਲੈਵਲ ਤੇ ਪ੍ਰਮੋਟ ਕੀਤਾ ਜਾਂਦਾ ਔਰ ਭਗਵੰਤ ਸਿੰਘ ਮਾਨ ਹੋਣਾ ਦੀ ਜਿਹੜੀਆਂ ਪੋਸਟ ਕੀਤੀਆਂ ਜਾਂਦੀਆਂ, ਬੜੀਆਂ ਸਧਾਰਨ ਲਿਖਤ ਦੇ ਨਾਲ ਕੀਤੀਆਂ ਜਾਂਦੀਆਂ। ਔਰ ਇਹ ਗੱਲਾਂ ਫਿਰ ਸਮਝ ਆਉਂਦੀਆਂ ਕਿ ਕਿਤੇ ਨਾ ਕਿਤੇ ਵਾਕਈ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈਗੀ ਆ, ਉਹ ਦਿੱਲੀ ਤੋਂ ਚਲਾਈ ਜਾ ਰਹੀ ਸਰਕਾਰ ਹੈਗੀ ਆ। ਜੇ ਕੋਈ ਮੰਤਰੀ ਬਣਾਏ ਜਾਂਦੇ ਆ, ਕੋਈ ਚੇਅਰਮੈਨਸ ਅਪਾਇੰਟ ਕੀਤੇ ਜਾਂਦੇ ਆ, ਕੋਈ ਹੋਰ ਪਾਰਟੀ ਦੇ ਅਹੁਦੇਦਾਰ ਅਪਾਇੰਟ ਕੀਤੇ ਜਾਂਦੇ ਆ, ਤੇ ਉਹਦੀ ਸਰਾਸਰ ਪਾਵਰ ਜਿਹੜੀ ਹੈ ਉਹ ਕੇਜਰੀਵਾਲ ਔਰ ਰਾਘਵ ਚੱਡਾ ਕੋਲ ਹੀ ਹੈਗੀ ਆ। ਇਹ ਗੱਲ ਬੜੀ ਵੈਲਿਡ ਗੱਲ ਹੈਗੀ ਆ, ਜਿਹਦਾ ਪ੍ਰੂਫ ਵੱਖ-ਵੱਖ ਸਮੇਂ ਦੇ ਉੱਤੇ ਲੋਕਾਂ ਨੇ ਇਸ ਗੱਲ ਤੇ ਦਿੱਤਾ। ਔਰ ਪੰਜਾਬ ਦੇ ਵਿੱਚ PSPCL ਵੱਡੇ ਘਾਟੇ ਵੱਲ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਮਈ ਜੂਨ ਦੇ ਵਿੱਚ ਪੀਕ ਲੋਡ ਦਾ ਸਮਾਂ ਵੀ ਹੋਣਾ। ਬਿਜਲੀ ਖਰੀਦਣ ਦੀ ਵੀ ਲੋੜ ਪੈਣੀ ਆ। 500 ਕਰੋੜ ਰੁਪਇਆ ਬਿਜਲੀ ਬੋਰਡ ਨੇ ਲੋਨ ਵੀ ਲੈ ਲਿਆ ਔਰ 1800 2000 ਕਰੋੜ ਦੇ ਵਿੱਚ ਉਹ ਵਿੱਤੀ ਖਸਾਰੇ ਦੇ ਵਿੱਚ ਵੀ ਚੱਲ ਰਿਹਾ। ਉਸ ਦੇ ਮਾਮਲੇ ਦੇ ਵਿੱਚ ਵੀ ਇਹ ਸਾਰੀਆਂ ਜਿਹੜੀਆਂ ਪਾਲਿਸੀਜ਼ ਆ ਉਹ ਦਿੱਲੀ ਵੱਲੋਂ ਹੀ ਚੱਲ ਰਹੀਆਂ ਹੈਗੀਆਂ। PSPCL ਜਿਹੜੇ ਇੰਜੀਨੀਅਰ ਬੋਰਡਸ ਹੈਗੇ ਆ, ਉਹਨਾਂ ਨੇ ਇੱਕ ਲੈਟਰ ਵੀ ਲਿਖੀ ਜਿਹਦੇ ਵਿੱਚ ਉਹਨਾਂ ਅੰਦੇਸ਼ਾ ਜਤਾਇਆ ਕਿ ਪੰਜਾਬ ਦੇ ਵਿੱਤੀ ਘਾਟੇ ਵੱਲ ਬਿਜਲੀ ਬੋਰਡ ਜਾ ਰਿਹਾ ਔਰ ਦਿੱਲੀ ਵੱਲੋਂ ਆਏ ਕੁਝ ਪ੍ਰਾਈਵੇਟ ਲੋਕਾਂ ਦਾ ਦਖਲ ਜਿਹੜਾ ਇਸ ਬੋਰਡ ਦੇ ਵਿੱਚ ਵੱਡੇ ਲੈਵਲ ਤੇ ਹੈਗਾ। ਸੋ ਇਸ ਕਰਕੇ ਸਾਰੀਆਂ ਗੱਲਾਂ ਸਪਸ਼ਟ ਕਰਦੀਆਂ ਵਿਦ ਪ੍ਰੂਫਸ ਐਂਡ ਔਨ ਗਰਾਊਂਡ ਕਿ ਜਿਹਦੇ ਨਾਲ ਸਾਨੂੰ ਸਮਝ ਆਉਂਦਾ ਕਿ ਭਗਵੰਤ ਸਿੰਘ ਮਾਨ ਹੁਣੀ ਕੋਈ ਡਿਸੀਜਨ ਲੈਂਦੇ ਆ ਤੇ ਉਹਦੇ ਪਿੱਛੇ ਜ਼ਰੂਰ ਰਾਘਵ ਚੱਡਾ ਐਂਡ ਅਰਵਿੰਦ ਕੇਜਰੀਵਾਲ ਦੀ ਆਈਡੀਓਲੋਜੀ ਹੁੰਦੀ ਹੈ। ਦਿੱਲੀ ਵਿੱਚ ਬੈਠੇ ਲੋਕਾਂ ਦੀ ਆਈਡੀਓਲੋਜੀ ਹੁੰਦੀ ਹੈ। ਭਾਵੇਂ ਉਹ ਕਿਤੇ ਵੀ ਆਪਣੇ ਸਪੀਚਸ ਦੇ ਵਿੱਚ ਇਹ ਗੱਲ ਕਹਿਣਗੇ, ਏਦਾਂ ਦੀ ਗੱਲ ਕੋਈ ਨਹੀਂ ਆ, ਪਰ ਸਰਾਸਰ ਇਸ ਤਰ੍ਹਾਂ ਦੀ ਗੱਲ ਅਜੇ ਤੱਕ ਪੰਜਾਬ ਦੇ ਵਾਸੀਆਂ ਨੂੰ ਵੇਖਣ ਦੇ ਵਿੱਚ ਸਮਝ ਆ ਰਹੀ ਆ। ਖੁਦ ਮੁਖਤਿਆਰੀ ਵਾਲੀ ਗੱਲ ਭਗਵੰਤ ਸਿੰਘ ਮਾਨ ਦੇ ਵਿੱਚ ਵੀ ਉਸ ਵੱਡੇ ਲੈਵਲ ਦੇ ਉੱਤੇ ਨਜ਼ਰ ਨਹੀਂ ਆ ਰਹੀ। ਜੀ। ਸੋ ਪਵਨ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਨਾਲ ਇਸ ਸਾਰੇ ਸਬਜੈਕਟ ਦੇ ਉੱਤੇ ਗੱਲਬਾਤ ਕੀਤੀ ਹੈ। ਹੋਪਫੁਲੀ ਅਸੀਂ ਅੱਗੇ ਵੀ ਹੋਰ ਵਿਸ਼ੇ ਲੈ ਕੇ ਤੁਹਾਡੇ ਕੋਲ ਆਉਂਦੇ ਰਵਾਂਗੇ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਗੱਲਬਾਤ ਕਰਕੇ ਐਨਲਾਈਟਨ ਹੁੰਦੇ ਰਵਾਂਗੇ। ਥੈਂਕ ਯੂ ਸੋ ਮਚ ਪਵਨ ਜੀ। ਧੰਨਵਾਦ ਜੀ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।